ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਾਰਿਆਂ ਨੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਖਬਾਰਾਂ ਦੇ ਵਿੱਚ। ਇਹਨਾਂ ਨੂੰ ਪੁੱਛੋ ਅਸੀਂ ਉਸ ਦਿਨ ਬੰਦੀ ਛੋੜ ਦਿਵਸ ਦੀ ਵਧਾਈ ਦੇਵਾਂਗੇ ਜਿੱਦਣ ਸਾਡੇ ਸਾਰੇ ਬੰਦੀ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਵਾ ਚੁੱਕੇ। ਬਾਦਲ ਇੰਜ, ਕੈਪਟਨ ਇੰਜ। ਮੈਂ ਕਿਹਾ ਕੀ ਨੇ, ਵਿਚਾਰ ਕਰੋ। ਮੈਂ ਕਿਹਾ ਕਿਹੜੀ ਨੀਤੀ ਨੇ ਉਹਨਾਂ ਨੂੰ ਤਿਆਰ ਕੀਤਾ, ਉਸ ਨੀਤੀ ਦੀ ਗੱਲ ਕਰੋ ਮੇਰੇ ਨਾਲ। ਅਸੀਂ ਚਿਹਰਿਆਂ ਦਾ ਵਿਰੋਧ ਕਰਦੇ ਹਾਂ। ਮੈਂ ਕਹਿੰਦਾ ਚਿਹਰਿਆਂ ਦਾ ਨਹੀਂ, ਉਹਨਾਂ ਨੀਤੀਆਂ ਦਾ ਵਿਰੋਧ ਕਰੋ। ਹੋ ਸਕਦਾ ਕੱਲ ਨੂੰ ਉਸ ਨੀਤੀ ਤੇ ਮੈਂ ਵੀ ਚੱਲਣ ਲੱਗ ਪਵਾਂ ਫੇਰ। ਇਹ ਥੋੜਾ ਵੀ ਐਮਐਲਏ ਦਾ ਪੋਤੀ ਐਮਐਲਏ ਬਣੇਗਾ। ਕਿਉਂ ਬਣੇਗਾ? ਐਮਐਲਏ ਤੁਹਾਡੇ ਵਿੱਚੋਂ ਕਿਉਂ ਨਹੀਂ ਕੋ ਬਣ ਸਕਦਾ? ਨੌਜਵਾਨੋ ਵਿਚਾਰ ਕਰਿਆ ਜੇ ਮੇਰੀਆਂ ਗੱਲਾਂ ਤੇ। ਭਾਈ ਮਨੀ ਸਿੰਘ ਕਹਿੰਦੇ ਨੇ ਨਹੀਂ, ਜੋ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਦੇ ਦਿਓ, ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ, ਪਰ ਮੈਂ ਗੁਰੂ ਕੀ ਗੋਲਕ ਦੀ ਦੁਰਵਰਤੋਂ ਨਹੀਂ ਹੋਣ ਦਿਆਂਗਾ। ਤੇ ਅੱਜ ਇਹਨਾਂ ਉੱਚ ਕੋਟੀ ਦੇ ਪ੍ਰਬੰਧਕਾਂ ਨੂੰ ਪੁੱਛਿਆ ਜੇ, ਵੱਡੀਆਂ ਵੱਡੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਪੁੱਛਿਆ ਜੇ ਕਿ ਅੱਜ ਭਾਈ ਮਨੀ ਸਿੰਘ ਦੀ ਆਤਮਾ ਨੂੰ ਤੁਸੀਂ ਕਿੰਨਾ ਕੁਰਲਾਇਆ ਹੋਵੇਗਾ। 47 ਤੋਂ ਲੈ ਕੇ ਹੁਣ ਤੱਕ ਸੱਟਾਂ ਪੈਂਦੀਆਂ ਆਈਆਂ। ਅਸੀਂ ਫਿਊਚਰ ਦੇ ਪਲਾਨ ਪੈਣੋਂ ਤਿਆਰ ਨਹੀਂ ਕੀਤੇ। ਮੈਨੂੰ ਮਾਫ ਕਰ ਦਿਆ ਜੇ, ਇਹ ਤੁਹਾਡੇ ਆਗੂਆਂ ਦੀ ਨਲਾਇਕੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਕੱਤਰ ਹੋਏ ਗੁਰਮੁਖ ਪਿਆਰੇ ਸਤ ਸੰਗੀ ਜਨੋ, ਔਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਆਪਣੇ ਇਕੱਤਰ ਹੋਣ ਦਾ ਕਾਰਨ ਕੀ ਹੈ। ਇਕੱਤਰ ਹੋਣ ਦਾ ਬੜਾ ਵੱਡਾ ਕਾਰਨ ਇਹ ਹੈ ਵੀ ਜਿਸ ਬਾਬੇ ਨੇ ਕਿਰਤ ਕਰੋ ਦੀ ਗੱਲ ਕੀਤੀ ਸੀ, ਉਹ ਕਿਰਤ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ, ਪਰ ਆਮ ਕਰਕੇ ਜਦੋਂ ਕਰਤਾਰਪੁਰ ਦੀ ਧਰਤੀ ਨੂੰ ਚਾਲੇ ਪਾਉਂਦੇ ਆ ਤੇ ਉੱਥੇ ਬਾਬੇ ਦੀ ਕਿਰਤ ਸਾਨੂੰ ਨਜ਼ਰ ਆਉਂਦੀ ਹੈ ਕਿ ਬਾਬਾ ਉੱਤੇ ਹਲ ਵੀ ਵਾਹੁੰਦਾ ਰਿਹਾ। ਮੇਰੇ ਬਾਬੇ ਨੇ ਨੱਕੇ ਵੀ ਮੋੜੇ ਨੇ। ਜੇ ਅਸੀਂ ਗੱਲ ਕਰੀਏ ਪੂਰੇ ਵਰਲਡ ਦੀ, ਤੇ ਚੇਤੇ ਰੱਖਿਆ ਜੇ ਪੂਰੇ ਵਰਲਡ ਦੇ ਵਿੱਚੋਂ ਇਹ ਇੱਕ ਐਸਾ ਖਿੱਤਾ ਆ ਜਾਂਦਾ ਹੈ, ਆਪਾਂ ਜਿਵੇਂ ਲੈ ਲਈਏ ਭਾਰਤ ਦਾ ਹੋ ਗਿਆ, ਪਾਕਿਸਤਾਨ ਦਾ ਹੋ ਗਿਆ, ਇਹਨੂੰ ਵਰਲਡ ਦੀ ਐਸੀ ਬਾਉਲ ਕਿਹਾ ਜਾਂਦਾ ਵੀ ਇੱਥੇ ਵੈਦਰ ਸਾਰੀ ਦੁਨੀਆ ਤੋਂ ਵਧੀਆ। ਕਿਤੇ ਬਹੁਤ ਬਰਸਾਤ ਹੋ ਰਹੀ ਹੈ, ਕਿਤੇ ਬਹੁਤ ਗਰਮੀ ਪੈ ਰਹੀ ਹੈ, ਕਿਤੇ ਬਹੁਤ ਜ਼ਿਆਦਾ 6-6 ਮਹੀਨੇ ਬਰਫ਼ ਪੈ ਰਹੀ ਹੈ। ਇੱਥੋਂ ਦਾ ਵੈਦਰ ਬੜਾ ਵਧੀਆ, ਇਸ ਕਰਕੇ ਇਹਨੂੰ ਆਪਾਂ ਕ੍ਰਿਸ਼ੀ ਪ੍ਰਧਾਨ ਕਹਿ ਸਕਦੇ ਹਾਂ। ਤੇ ਜਦੋਂ ਗੱਲ ਕ੍ਰਿਸ਼ੀ ਦੀ ਆ ਗਈ, ਗੱਲ ਖੇਤੀ ਦੀ ਆ ਗਈ, ਗੱਲ ਕੰਟਰੈਕਟ ਬੇਸਿਸ ਦੇ ਉੱਪਰ ਐਗਰੀਕਲਚਰ ਦੀ ਆ ਗਈ, ਤੇ ਕਿਸਾਨਾਂ ਦਾ ਸੜਕਾਂ ਤੇ ਆਉਣਾ ਵਾਜਿਬ ਹੈ, ਔਰ ਬੜੇ ਢੰਗ ਦੇ ਨਾਲ ਪੀਸਫੁਲੀ ਪ੍ਰੋਟੈਸਟ ਕਰਨਾ ਵੀ ਤੁਹਾਡਾ ਵਾਜਿਬ ਹੈ। ਤੇ ਮੈਂ ਚਾਹਾਂਗਾ ਅੱਜ ਗੱਲ ਕਿਸਾਨਾਂ ਦੀ ਵੀ ਕਰ ਜਾਵਾਂ ਤੇ ਅੱਜ ਦੇ ਦਿਨ ਦੀ ਵੀ ਕਰ ਜਾਵਾਂ। ਤੇ ਮੈਂ ਮੁਖਤਿਆਰ ਸਿੰਘ ਤੁਹਾਨੂੰ ਬੇਨਤੀ ਕਰਦਾ, ਟਰੈਕਟਰ ਹੁਣ ਬੰਦ ਕਰ ਦਿਓ। ਹਾਂ, ਇੱਕ ਮਾਹੌਲ ਜਿਹਾ ਬਣਾ ਦਈਏ। ਤੇ ਮੇਰੇ ਨੌਜਵਾਨ ਭਰਾਵਾਂ ਨੂੰ ਬੇਨਤੀ ਆ, ਥੋੜਾ ਥੋੜਾ ਅੱਗੇ ਆ ਜਾਓ। ਆਪਾਂ 20 ਤੋਂ 25 ਮਿੰਟ ਲਾਵਾਂਗੇ। ਹਿਲਪੋ ਮਾੜਾ ਮਾੜਾ। ਆਜੋ ਸੋਹਣੇ ਵੀਰ, ਆਜੋ। ਬੜੀ ਤੁਸੀਂ ਪਹਿਲ ਕਰਦੇ ਹੋ। ਜਦੋਂ ਪਿੱਛੇ ਜੇ ਸ਼ੰਭੂ ਬਾਰਡਰ ਮੋਰਚੇ ਤੇ ਜਾਣਾ ਸੀ ਨਾ, ਤੇ ਇਸੇ ਗੁਰੂ ਘਰ ਤੋਂ ਅਰਦਾਸ ਕਰਕੇ ਆਪਾਂ ਇੱਕ ਬੱਸ ਲੈ ਕੇ ਗਏ ਸਾਂ। ਤੇ ਵੀਰ ਮੈਨੂੰ ਕਹਿੰਦੇ ਭਾਈ ਸਾਹਿਬ, ਮੈਂ ਕਿਹਾ ਕਾਂਜੀ, ਕਹਿਣ ਲੱਗੇ ਜੀ ਤੁਹਾਡੇ ਵਾਸਤੇ ਸਪੈਸ਼ਲ ਗੱਡੀ ਹੈ, ਅਸੀਂ ਬੱਸਾਂ ਵਿੱਚ ਬਹਿ ਕੇ ਜਾਵਾਂਗੇ। ਮੈਂ ਕਿਹਾ ਨਾ ਉਹ ਭਰਾਵਾ, ਮੈਂ ਬੱਸ ਦੇ ਵਿੱਚ ਤੁਹਾਡੇ ਨਾਲ ਬਹਿ ਕੇ ਜਾਣਾ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਜਾਵਾਂਗੇ, ਆਦਾਨ ਪ੍ਰਦਾਨ ਹੋਵੇਗਾ। ਇਸ ਕਰਕੇ ਆਓ ਆਪਾਂ ਇੱਕ ਮਾਹੌਲ ਬਣਾ ਲਈਏ। ਸਾਰੇ ਮੇਰੇ ਵੀਰ ਇਕਾਗਰਤਾ ਦੀ ਦਾਤ ਕਰਿਆ ਜੇ। ਪ੍ਰਧਾਨ ਸਟੇਜ ਤੇ ਬੈਠੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਸ਼ਾਂਤੀ ਦਾ ਮਾਹੌਲ, ਇੱਕ ਮਨ ਇੱਕ ਚਿੱਤ ਹੋ ਕੇ ਬੁਲਾਓ, ਗੱਜ ਕੇ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਮੈਂ ਆਸ ਕਰਦਾ ਸਾਂ ਓਨੀ ਗੱਜ ਕੇ ਫਤਿਹ ਨਹੀਂ ਆਈ। ਤੁਹਾਡੀ ਫਤਿਹ ਗੱਜ ਕੇ ਆਵੇ। ਇੱਕ ਪਾਸੇ ਕਹਿੰਦੇ ਹੋ ਵੀ ਸਾਡੀ ਆਵਾਜ਼ ਦਿੱਲੀ ਤੱਕ ਪਹੁੰਚਣੀ ਚਾਹੀਦੀ ਹੈ, ਤੇ ਜੇ ਦਿੱਲੀ ਤੱਕ ਆਵਾਜ਼ ਪੜਾਉਣੀ ਹੈ ਨਾ, ਤੇ ਤੁਹਾਡੀ ਆਵਾਜ਼ ਦੇ ਅੰਦਰ ਸੱਚਾਈ ਤੇ ਦਮ ਚਾਹੀਦਾ। ਮਾੜੀ ਜੀ ਕੱਢੋ ਆਵਾਜ਼, ਬੋਲੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰੰਭਤਾ ਕਰਨ ਲੱਗਾ ਮੈਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ, ਪਰ ਇੱਕ ਵਿਸ਼ਾ ਆਰੰਭਤਾ ਦੇ ਵਿੱਚ ਛੇੜਾਂਗਾ। ਕੱਲ ਦਾ ਦਿਵਸ ਲੰਘ ਕੇ ਗਿਆ ਵੀਰ ਜੀ, ਗੱਲਾਂ ਨਹੀਂ ਮੇਰੇ ਸੋਹਣੇ ਵੀਰ, ਗੱਲਾਂ ਨਹੀਂ ਨਾ ਮੇਰੇ ਭਰਾ, ਮਾਹੌਲ। ਕੱਲ ਦਾ ਦਿਵਸ ਲੰਘ ਕੇ ਗਿਆ ਹੈ, ਜਿਹਨੂੰ ਆਪਾਂ ਦੀਵਾਲੀ ਕਹਿ ਦਿੰਦੇ ਆ। ਹਿੰਦੂ ਮਤ ਦੇ ਵਿੱਚ ਦੀਪਾਵਲੀ ਕਹਿ ਦਿੱਤਾ ਜਾਂਦਾ ਹੈ। ਅਸਲ ਦੇ ਵਿੱਚ ਦੀਵਿਆਂ ਦਾ ਤਿਉਹਾਰ ਹੋਣ ਕਰਕੇ ਦੀਵਾਲੀ ਬਣ ਗਿਆ। ਹਿੰਦੀ ਦੇ ਵਿੱਚ ਦੀਪਕ ਜਾਂ ਦੀਪ ਕਹਿ ਦਿੰਦੇ ਨੇ, ਦੀਪਾਵਲੀ ਬਣ ਗਿਆ। ਪਰ ਇੱਕ ਚੇਤੇ ਰੱਖਿਆ ਜੇ ਜਦੋਂ ਰਾਤ ਪਟਾਕੇ ਚੱਲਦੇ ਮੇਰੇ ਕੰਨ ਸੁਣਦੇ ਸਨ ਨਾ,
ਤੇ ਮੈਂ ਮਨ ਕੀ ਮਨ ਦੇ ਵਿੱਚ ਇੱਕ ਚੀਜ਼ ਸੋਚ ਕੇ ਸੁੱਤਾ ਵਾਂ, ਸ਼ਾਇਦ ਤੁਹਾਡੇ ਮਨ ਦੇ ਵਿੱਚ ਵੀ ਇਹ ਖਿਆਲ ਆਇਆ ਹੋਵੇ, ਪਰ ਮੇਰੇ ਮਨ ਦੇ ਵਿੱਚ ਆਇਆ। ਮੈਂ ਕਿਹਾ ਕਿਸਾਨ ਭਰਾ ਸੜਕਾਂ ਦੇ ਉੱਤੇ ਹੈ, ਬੋਲੋ ਸੀ ਰਾਤ ਵੀ ਤੇ ਸੜਕਾਂ ਦੇ ਉੱਪਰ ਮੇਰੇ ਵੀਰ ਭਰਾ ਰਹੇ ਨੇ। ਮੈਂ ਕਿਹਾ ਕਿਸਾਨ ਜਿਹੜੇ ਆਰਡੀਨੈਂਸ ਆਏ ਸੀ, ਬਿੱਲ ਆਏ ਸੀ, ਕਾਨੂੰਨ ਬਣ ਗਏ, ਇਹਨਾਂ ਨੂੰ ਪ੍ਰਵਾਨ ਨਹੀਂ। ਮੇਰਾ ਭਰਾ ਸੜਕਾਂ ਦੇ ਉੱਤੇ ਹੈ। ਧਿਆਨ ਦਿਆ ਜੇ 328 ਸਵਰੂਪਾਂ ਦਾ ਹਿਸਾਬ ਲੈਣ ਦੇ ਲਈ ਸਾਡੇ ਆਗੂਆਂ ਨੇ, ਸਾਡੇ ਵੀਰਾਂ ਨੇ ਡਾਂਗਾਂ ਖਾਧੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਮੂਹਰੇ ਧਰਨੇ ਲਾਏ। ਮੈਂ ਕਿਹਾ ਹੱਦ ਦੀ ਗੱਲ ਹੈ, ਅੱਜ ਵੀ ਲੋਕ ਪਟਾਕੇ ਚਲਾ ਰਹੇ ਨੇ। ਇੱਕ ਪਾਸੇ ਚਾਰ ਚਫੇਰੇ ਦੁਨੀਆ ਦੇ ਵਿੱਚੋਂ ਆਵਾਜ਼ ਨਿਕਲਦੀ ਪਈ ਹੈ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਗਿਆ, ਪਰ ਗਜ਼ਬ ਦੀ ਗੱਲ ਕੀ ਹੈ ਵੀ ਸਾਡੇ ਪੰਜਾਬ ਦਾ ਮੁੱਖ ਮੰਤਰੀ 2 ਘੰਟੇ ਦੀ ਪ੍ਰਵਾਨਗੀ ਦਿੰਦਾ ਕਿ 2 ਘੰਟੇ ਦੀ ਪ੍ਰਵਾਨਗੀ ਕਿਸਾਨਾਂ ਨੂੰ ਦਿੱਤੀ ਗਈ ਹੈ? ਨਹੀਂ ਦਿੱਤੀ ਗਈ। ਪਰ ਮੈਂ ਇੱਥੇ ਇੱਕ ਛੋਟੀ ਜਿਹੀ ਬੇਨਤੀ ਕਰਦਾ, ਕਿਉਂਕਿ ਮੈਂ ਇੱਕ ਪ੍ਰਚਾਰਕ ਵੀ ਹਾਂ। ਨੌਜਵਾਨੋ ਸੁਣਿਆ ਜੇ, ਦੀਵਾਲੀ ਕਿਵੇਂ ਮਨਾਵਾਂਗੇ? ਕਦੀ ਅੰਦਾਜ਼ਾ ਲਾਇਆ ਜੇ ਭਾਈ ਮਨੀ ਸਿੰਘ ਦਾ ਨਾਮ ਚੇਤੇ ਹੈ? ਜੇ ਨਹੀਂ ਚੇਤੇ ਤੇ ਅਰਦਾਸ ਦੇ ਵਿੱਚ ਆਪਾਂ ਰੋਜ਼ ਕਹਿੰਦੇ ਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਅੱਗੇ ਬੋਲੋ ਮਾੜਾ ਜਿਹਾ, ਸਿੱਖਾਂ ਦੇ ਬੱਚੇ ਐ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਅੱਗੇ ਕੀ ਹੈ? ਬੰਦ ਬੰਦ ਕਟਵਾਏ। ਬੰਦ ਬੰਦ ਕਟਵਾਉਣ ਵਾਲੇ ਕੌਣ ਨੇ? ਭਾਈ ਸਾਹਿਬ ਭਾਈ ਮਨੀ ਸਿੰਘ। ਮਨੀ ਸਿੰਘ ਦੀ ਸ਼ਹਾਦਤ ਦਾ ਮੁੱਢ ਕਿੱਥੋਂ ਵੱਜਦਾ ਹੈ? ਦੀਵਾਲੀ ਦੇ ਵਿੱਚੋਂ ਵੱਜਦਾ। ਤੁਸੀਂ ਪਟਾਕੇ ਕਿਵੇਂ ਚਲਾ ਲਏ ਬਈ? ਮੈਨੂੰ ਦੱਸੋ ਤੇ ਸਹੀ ਮਾੜਾ ਜਿਹਾ, ਬੋਲੋ ਨਾ। ਦੀਵਾਲੀ ਵਾਲੇ ਦਿਨ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਮੁੱਢ ਵੱਜਦਾ ਹੈ। ਹੁਣ ਕਈ ਸਾਡੀਆਂ ਭੈਣਾਂ ਦੇ ਮਨ 'ਚ ਖਿਆਲ ਆਵੇਗਾ, ਕਈ ਮੇਰੇ ਵੀਰਾਂ ਦੇ ਮਨ 'ਚ ਖਿਆਲ ਆਵੇਗਾ ਵੀ ਭਾਈ ਹਰਪ੍ਰੀਤ ਸਿੰਘ ਮਖੂ ਮੁੱਦਾ ਕਲੀਅਰ ਤੇ ਕਰਦੇ। ਮੁੱਦਾ ਕਲੀਅਰ ਕਰਕੇ ਕਿਸਾਨਾਂ ਦੇ ਮੁੱਦੇ ਤੇ ਆਉਣਾ ਵਾ। ਸੁਣਿਆ ਜੀ, ਦੀਵਾਲੀ ਆਉਂਦੀ ਏ, ਮਿੱਠੀ ਜੀ ਰੁੱਤ ਹੁੰਦੀ ਏ, ਨਾ ਬਾਲੀ ਗਰਮੀ ਤੇ ਨਾ ਬਾਲੀ ਸਰਦੀ, ਰੁੱਤ ਬੜੀ ਮਿੱਠੀ ਜੀ ਹੁੰਦੀ ਹੈ। ਤੇ ਵਿਸਾਖੀ ਤੇ ਵੀ ਨਾ ਰੁੱਤ ਬਾਲੀ ਜਿਆਦੀ ਗਰਮੀ ਵਾਲੀ ਤੇ ਨਾ ਬਾਲੀ ਸਰਦੀ ਵਾਲੀ, ਕਿਉਂਕਿ ਹੁਣ ਗਲੋਬਲ ਵਾਰਮਿੰਗ ਦੇ ਕਰਕੇ ਨਾ ਪੂਰੇ ਵਰਲਡ ਦੇ ਵਿੱਚ ਰੌਲਾ ਪਿਆ ਹੋਇਆ ਹੈ, ਵੈਦਰ ਥੋੜਾ ਖਿਲਿਆ ਹੋਇਆ ਹੈ। ਪਰ ਅੱਗੇ ਦੀਵਾਲੀ ਤੇ ਵਿਸਾਖੀ ਤੇ ਆਮ ਕਰਕੇ ਗੁਰੂ ਘਰਾਂ ਦੇ ਵਿੱਚ ਪੁਰਬ ਰੱਖੇ ਜਾਂਦੇ ਹੁੰਦੇ ਸਨ, ਕਿਉਂਕਿ ਰੁੱਤ ਬੜੀ ਮਿੱਠੀ ਜੀ ਆ ਜਾਂਦੀ ਹੈ। ਹੁਣ ਸੁਣਿਆ ਜੇ ਪਿਆਰ ਦੇ ਨਾਲ, ਕਈ ਲੰਮੇ ਸਮੇਂ ਤੋਂ ਨਾ ਦੀਵਾਲੀ ਵਾਲਾ ਦਿਨ ਮਨਾਇਆ ਨਹੀਂ ਸੀ ਗਿਆ। ਪਰ ਦੀਵਾਲੀ ਇੰਜ ਨਹੀਂ ਸੀ ਮਨਾਉਂਦੇ ਜਿਵੇਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੋੜਾਂ ਦੇ ਪਟਾਕੇ ਫੂਕ ਦਿੰਦੀ ਹੈ। ਇਸ ਤਰ੍ਹਾਂ ਨਹੀਂ ਸੀ ਮਨਾਉਂਦੇ ਹੁੰਦੇ। ਗੁਰਮਤੇ ਹੁੰਦੇ ਸੀ, ਸਾਡੇ ਆਪਸੀ ਭਰਾਵਾਂ ਦਾ ਤਾਲਮੇਲ ਬੈਠਦਾ ਸੀ। ਅਸੀਂ ਗੁਰ ਭਾਈ ਮਿਲਦੇ ਹੁੰਨੇ ਸਾਂ, ਆਪਣੇ ਭਵਿੱਖ ਦੇ ਬੱਚਿਆਂ ਦੇ ਪਲਾਨ ਤਿਆਰ ਕਰਦੇ ਹੁੰਨੇ ਸਾਂ। ਤੇ ਖਿਆਲ ਕਰਿਆ ਜੇ ਭਾਈ ਮਨੀ ਸਿੰਘ ਦੇ ਮਨ ਤੇ ਖਿਆਲ ਆਇਆ, ਕਹਿੰਦੇ ਲੰਮਾ ਸਮਾਂ ਹੋ ਗਿਆ ਅਸੀਂ ਦੀਵਾਲੀ ਦਾ ਦਿਹਾੜਾ ਮਨਾਇਆ ਨਹੀਂ, ਭਰਾ ਇਕੱਠੇ ਹੋਏ ਨਹੀਂ, ਕੋਈ ਗੁਰਮਤੇ ਨਹੀਂ ਹੋਏ, ਆਪਣੇ ਕੌਮੀ ਭਵਿੱਖ ਨੂੰ ਲੈ ਕੇ ਵਿਚਾਰਾਂ ਨਹੀਂ ਹੋਈਆਂ। ਭਾਈ ਮਨੀ ਸਿੰਘ ਦੇ ਮਨ ਦੇ ਵਿੱਚ ਖਿਆਲ ਆਇਆ, ਕਹਿਣ ਲੱਗੇ ਚਲੋ ਆਪਾਂ ਇੱਕ ਕੰਮ ਕਰਦੇ ਆਂ, ਆਪਾਂ ਦਿਹਾੜਾ ਇੱਥੇ ਮਨਾਉਨੇ ਆ, ਇਕਾਗਰਤਾ ਪੂਰੀ ਦਿਆ ਜੀ। ਤੇ ਉਦੋਂ ਸਮੇਂ ਦੀ ਹਕੂਮਤ ਦੇ ਨਾਲ ਜਦੋਂ ਗੱਲਬਾਤ ਕੀਤੀ, ਉਹ ਕਹਿਣ ਲੱਗੇ ਮਨੀ ਸਿਆ, ਜੇ ਸੱਚਮੁੱਚ ਤੈਨੂੰ ਲੱਗਦਾ ਹੈ ਵੀ ਸਾਡੀ ਕੌਮੀ ਕਾਰਜ ਬੜੇ ਜ਼ਿਆਦੇ ਪੈਂਡਿੰਗ ਨੇ ਤੇ ਤੂੰ ਰੱਖ ਸਕਦਾ ਹੈ, ਪਰ ਸ਼ਰਤ ਇੱਕ ਹੋਵੇਗੀ ਕਿ ਸਰਕਾਰੇ ਦਰਬਾਰੇ ਤੈਨੂੰ 5000 ਰੁਪਇਆ, ਸੁਣਿਆ ਜੇ ਸਿੱਖ ਕੌਮ ਅੱਜ ਵਿਚਾਰ ਕਰਨਾ, 5000 ਰੁਪਇਆ ਸਰਕਾਰੀ ਖਜ਼ਾਨੇ ਦੇ ਵਿੱਚ ਅਦਾ ਕਰਨਾ ਪੈਣਾ ਤੇ ਤੁਸੀਂ ਇਹ ਦਿਨ ਮਨਾ ਸਕਦੇ ਹੋ। ਭਾਈ ਮਨੀ ਸਿੰਘ ਨੇ ਸੋਚਿਆ ਕਿ 5000 ਰੁਪਇਆ ਸਾਡੇ ਭਰਾਵਾਂ ਦੀ ਏਕਤਾ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ, ਅਸੀਂ ਭਰਾਵਾਂ ਦੀ ਏਕਤਾ ਵਾਸਤੇ 5000 ਰੁਪਇਆ ਬਾਹਰ ਦਿਆਂਗੇ। ਉਹਨਾਂ ਕਹਿ ਦਿੱਤਾ ਠੀਕ ਹੈ, ਅਸੀਂ ਸਰਕਾਰੀ ਖਜ਼ਾਨੇ ਵਿੱਚ 5000 ਰੁਪਇਆ ਜਮ੍ਹਾਂ ਕਰਵਾਉਣ ਨੂੰ ਤਿਆਰ ਆ, ਸ਼ਰਤ ਇਹ ਹੋਵੇਗੀ ਵੀ ਸਾਡੇ ਪ੍ਰੋਗਰਾਮ ਦੇ ਅੰਦਰ ਕੋਈ ਖਲਲ ਨਾ ਪਾਇਆ ਜਾਵੇ। ਹਕੂਮਤ ਨੇ ਪ੍ਰਵਾਨਗੀ ਦੇ ਦਿੱਤੀ। ਦਿਨ ਨੇੜੇ ਆ ਗਿਆ। ਜਿਹੜਾ ਸਿਆਣਾ ਆਗੂ ਹੁੰਦਾ, ਬੋਲੋ ਵੀ ਕੌਣ ਹੁੰਦਾ ਸਿਆਣਾ? ਆਵਾਜ਼ ਕੱਢੋ ਮੜ ਜੀ, ਸਿਆਣਾ। ਹਾਂ, ਅੱਜ ਜਿਸ ਕਗਾਰ ਤੇ ਕਿਸਾਨੀ ਆਈ ਹੈ ਨਾ, ਇਹਦਾ ਬੜਾ ਵੱਡਾ ਕਾਰਨ ਹੈ, ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਸਾਡੇ ਆਗੂ ਸੁਚੇਤ ਨਹੀਂ। ਕੁਝ ਕੌਮਾਂ ਹੁੰਦੀਆਂ ਨੇ ਉਹ ਸਿਰ ਪੈਣ ਤੋਂ 10 ਸਾਲ ਪਹਿਲਾਂ ਪਲਾਨ ਤਿਆਰ ਕਰਦੀਆਂ ਨੇ। ਕੁਝ ਕੌਮਾਂ ਹੁੰਦੀਆਂ ਨੇ ਜਿਹੜੀਆਂ ਸਿਰ ਪਏ ਤੇ ਆਪਣੇ ਪਲਾਨ ਤਿਆਰ ਹੁੰਦੇ ਨੇ, ਤੇ ਕੁਝ ਅਜਿਹੇ ਲੋਕ ਹੁੰਦੇ ਨੇ ਉਹ ਸਿਰ ਪੈਣ ਤੋਂ 10 ਸਾਲ ਬਾਅਦ ਸੋਚਦੇ ਨੇ। 47 ਤੋਂ ਲੈ ਕੇ ਹੁਣ ਤੱਕ ਸੱਟਾਂ ਪੈਂਦੀਆਂ ਆਈਆਂ, ਅਸੀਂ ਫਿਊਚਰ ਦੇ ਪਲਾਨ ਪੈਣੋਂ ਤਿਆਰ ਨਹੀਂ ਕੀਤੇ। ਮੈਨੂੰ ਮਾਫ ਕਰ ਦਿਆ ਜੇ, ਇਹ ਤੁਹਾਡੇ ਆਗੂਆਂ ਦੀ ਨਲਾਇਕੀ ਹੈ। ਸਾਨੂੰ ਆਗੂ ਕਿਹੋ ਜਿਹੇ ਚਾਹੀਦੇ ਨੇ, ਵਿਚਾਰ ਕਰਕੇ ਵੇਖਿਆ ਜੇ ਕਿੱਡੀ ਵੱਡੀ ਸਾਡੀ ਨਲਾਇਕੀ ਹੈ। ਮੈਂ ਛੋਟੀ ਜਿਹੀ ਤੁਹਾਨੂੰ ਉਦਾਹਰਨ ਦੇਣਾ ਵਾ। ਪਿਛਲੇ ਦਿਨਾਂ ਦੇ ਵਿੱਚ ਨਾ ਮੈਂ ਫੇਸਬੁੱਕ ਤੇ ਦੇਖਿਆ, ਮੇਰੇ ਖਿਆਲ ਤਸਵੀਰ ਸੀ ਦੁਬਈ ਦੀ, ਮੈਂ ਵੀ ਜਾਣਾ ਰਹਿਣਾ ਮੈਂ,
ਉਹ ਦੁਬਈ ਦੀ ਤਸਵੀਰ ਕੁਝ ਇਸ ਕਿਸਮ ਦੀ ਸੀ ਕਿ ਬੁਰਜ ਖਲੀਫਾ ਬੱਦਲਾਂ ਦੇ ਵਿੱਚੋਂ ਨਜ਼ਰ ਆ ਰਿਹਾ ਹੈ। ਤੇ ਜਿਹੜਾ ਮੇਰਾ ਵੀਰ ਮੇਰੇ ਨਾਲ ਬੈਠਾ ਮੈਨੂੰ ਤਸਵੀਰ ਵਿਖਾ ਰਿਹਾ ਸੀ, ਕਹਿਣ ਲੱਗੇ ਮਖੂ ਜੀ, ਮੈਂ ਕਿਹਾ ਖਾਂ ਜੀ, ਕਹਿੰਦਾ ਵੇਖੋ ਜੀ ਬੁਰਜ ਖਲੀਫਾ ਬੱਦਲਾਂ ਦੇ ਵਿੱਚੋਂ ਦੀ ਨਜ਼ਰ ਆ ਰਿਹਾ ਹੈ। ਮੈਂ ਕਿਹਾ ਮਿੱਤਰਾ ਐਵੇਂ ਨਹੀਂ ਬੱਦਲਾਂ ਦੇ ਵਿੱਚੋਂ ਦੀ ਛਾਤੀ ਪਾੜ ਕੇ ਬੱਦਲਾਂ ਦੀ ਤਾਂ ਦਿਸ ਪਿਆ। ਮੈਂ ਕਿਹਾ ਅਗਵਾਈ ਕਰਨ ਵਾਲੇ ਲੋਕ ਬੜੇ ਸਿਆਣੇ ਸੀ, ਉਹਨਾਂ ਨੂੰ ਪਤਾ ਸੀ ਵੀ ਜੇ ਸਾਡਾ ਤੇਲ ਮੁੱਕੇਗਾ ਤੇ ਤੇਲ ਮੁੱਕਣ ਤੋਂ ਪਹਿਲਾਂ ਅਸੀਂ ਤੇ ਬਰੇਤੀ ਦੇ ਵਿੱਚ ਆ। ਮੈਂ ਦੁਬਈ ਤੋਂ ਜਦੋਂ ਥੋੜਾ ਜਿਹਾ ਬਾਹਰ ਮੇਰੇ ਵੀਰ ਗੱਡੀ ਤੇ ਲੈ ਕੇ ਗਏ ਨਾ, ਤੇ ਰੰਬਲ ਉੱਡਦੀ ਹੈ, ਬੜੀ ਉੱਡਦੀ ਪਈ ਹੈ। ਮੈਂ ਕਿਹਾ ਯਾਰ ਦੁਬਈ ਸਿਰਫ ਇੰਨਾ ਕੁ ਏਰੀਆ ਵੇਖਣ ਵਾਲਾ? ਕਹਿੰਦਾ ਇੰਨਾ ਕੁ ਨਾ ਕਹੋ, ਕਹਿਣ ਲੱਗਾ ਇੰਨਾ ਕੁ ਏਰੀਆ ਪੂਰੇ ਅਰਬ ਕੰਟਰੀ ਦੀ ਬੈਕਬੋਨ ਹੈ, ਰੀੜ ਦੀ ਹੱਡੀ ਹੈ। ਕਹਿੰਦਾ ਇੰਨਾ ਕੁਝ ਅਸੀਂ ਇੱਥੇ ਤਿਆਰ ਕਰ ਦਿੱਤਾ, ਕੈਨੇਡਾ ਵਰਗਾ ਮੁਲਕ ਤੇ ਅਮਰੀਕਾ ਵਰਗੇ ਵੀ ਸਾਡੇ ਇੱਥੇ ਆਉਂਦੇ ਨੇ ਰੁਪਈਆ ਲਾਉਣ ਦੇ ਲਈ। ਧਿਆਨ ਦਿਆ ਜੇ। ਸੋ ਆਗੂ ਚਾਹੀਦੇ ਨੇ ਨਾ। ਅੱਜ ਕਿਹੋ ਜਿਹੇ ਆਗੂ ਨੇ? ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਨੂੰ ਕਿਹਾ ਸੀ ਅੰਧਾ ਆਗੂ ਜੇ ਥੀ ਹੈ ਕਿ ਉਹ ਪੱਧਰ ਜਾਣਾ ਹੈ। ਪਾਤਸ਼ਾਹ ਕਹਿੰਦੇ ਆਗੂ ਅੰਨਾ ਨਹੀਂ ਚਾਹੀਦਾ। ਤੇ ਪਿੱਛੇ ਜੇ ਤੁਸੀਂ ਵੇਖਿਆ ਹੋਵੇਗਾ, ਇੱਕ ਨੇ ਬੜਾ ਮੇਰੇ ਖਿਲਾਫ ਬੋਲਿਆ, ਕਹਿੰਦਾ ਜੀ ਮਖੂ ਬਾਕੀ ਅਦਰ ਪਾਰਟੀ ਦੇ ਉੱਪਰ ਨਹੀਂ ਬੋਲਦਾ, ਅਕਾਲੀਆਂ ਦੇ ਬੜਾ ਮਗਰ ਪੈ ਜਾਂਦਾ, ਅਦਰ ਪਾਰਟੀ ਦੇ ਉੱਪਰ ਕਿਉਂ ਨਹੀਂ ਬੋਲਦਾ? ਦੇਖੋ ਮੈਂ ਇੱਕ ਸਿੱਧੀ ਜੀ ਬੇਨਤੀ ਕਰਦਾ ਮੈਂ, ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਪੜ੍ਹ ਚੁੱਕਾ ਮੈਂ। ਮੈਨੂੰ ਪਤਾ ਵੀ ਅਕਾਲੀ ਦਲ ਕਿੱਥੋਂ ਨਿਕਲਿਆ। ਅਕਾਲੀ ਦਲ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲਿਆ। ਤੇ ਸਾਨੂੰ ਆਪਣੀ ਪੋਲੀਟੀਕਲ ਪਾਰਟੀ ਕਿਉਂ ਬਣਾਉਣੀ ਪਈ ਸੀ? ਪੋਲੀਟੀਕਲ ਪਾਰਟੀ ਤਾਂ ਬਣਾਉਣੀ ਪਈ ਸੀ ਜਿਹੜੇ ਸਾਡੇ ਕੌਮੀ ਤੇ ਰਾਜਨੀਤਿਕ ਮੁੱਦਿਆਂ ਦੀ ਅਗਵਾਈ ਕਰੇ। ਤੇ ਜਦੋਂ ਕੌਮੀ ਕਾਰਜਾਂ ਨੂੰ ਛੱਡ ਕੇ ਉਹ ਪਾਰਟੀ ਸਿਰਫ ਆਪਣੇ ਸਵਾਰਥ ਵਾਸਤੇ ਜੁਪ ਜਾਵੇ, ਤੇ ਫਿਰ ਮੈਨੂੰ ਕਹਿਣਾ ਪਵੇਗਾ ਕਿ ਚੇਤੇ ਰੱਖਿਆ ਜੇ ਅਦਰ ਪਾਰਟੀ ਵੀ ਆਈਆਂ, ਉਹਨਾਂ ਦੇ ਆਪਣੇ ਕੋਈ ਮਕਸਦ ਹੋਣਗੇ। ਪਰ ਜਦੋਂ ਅਕਾਲੀ ਦਲ ਪੈਦਾ ਹੋਇਆ ਸੀ, ਤੇ ਅਕਾਲੀ ਦਲ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਪੈਦਾ ਹੋਇਆ ਸੀ। ਉਹ ਇਸ ਕਰਕੇ ਅਸੀਂ ਪੋਲੀਟੀਕਲ ਪਾਰਟੀ ਬਣਾਈ ਸੀ ਵੀ ਸਾਡੇ ਜਿਹੜੇ ਕੌਮੀ ਸਿੱਖਾਂ ਦੇ ਮੁੱਦੇ ਨੇ, ਸਾਡੇ ਬੱਚਿਆਂ ਦੇ ਭਵਿੱਖ ਦੇ ਪਲਾਨ ਨੇ, ਉਹ ਪੋਲੀਟੀਕਲ ਤੌਰ ਤੇ ਅਸੀਂ ਤਿਆਰ ਕਰਾਂਗੇ। ਪਰ ਬਦਕਿਸਮਤੀ ਸਾਡੀ ਇਹ ਰਹੀ ਕਿ ਉਹ ਵੀ ਸਾਰੀਆਂ ਜਿਹੜੀਆਂ ਸੀ ਨਿੱਜੀ ਸਵਾਰਥਾਂ ਦੇ ਵਿੱਚ ਧੱਸਦੀਆਂ ਨਜ਼ਰ ਆ ਗਈਆਂ। ਫਿਰ ਤੁਸੀਂ ਦੱਸੋ ਵੀ ਮੇਰਾ ਬੋਲਣਾ ਬਣਦਾ ਕਿ ਨਹੀਂ ਬਣਦਾ? ਭਾਈ ਮਨੀ ਸਿੰਘ ਨੇ ਸੋਚਿਆ, ਕਹਿੰਦੇ ਵੀ ਇਹਨਾਂ ਨੇ 4 ਚਫੇਰੇ ਨਗਰ ਦੇ ਆਪਣੇ ਬੰਦੇ ਲਾਤੇ, ਤੇ ਜੇ ਇਹਨਾਂ ਨੇ ਇਸ ਤਰੀਕੇ ਨਾਲ ਆਪਣੇ ਬੰਦੇ ਲਾ ਦਿੱਤੇ, ਤੇ ਹੁਣ ਜਦੋਂ ਸਿੱਖ ਸੰਗਤ ਆਵੇਗੀ, ਅਸੀਂ ਹੁਕਮਨਾਮੇ ਭੇਜ ਚੁੱਕੇ ਹਾਂ, ਤੇ ਕਹਿੰਦੇ ਦਾ ਰਿਜ਼ਲਟ ਇਹ ਹੋਵੇਗਾ ਵੀ ਇਹ ਗੁਰੂ ਘਰ ਦਾ ਨਾਲੇ ਨੁਕਸਾਨ ਕਰਨਗੇ, ਨਾਲੇ ਸਾਨੂੰ ਮਾਰਨਗੇ। ਸਿਆਣਾ ਆਗੂ ਉਹ ਹੁੰਦਾ ਹੈ ਜਿਹੜਾ ਕੌਮ ਦਾ ਘੱਟੋ ਘੱਟ ਨੁਕਸਾਨ ਕਰਵਾਵੇ ਤੇ ਕੌਮ ਨੂੰ ਵੱਡੀਆਂ ਪ੍ਰਾਪਤੀਆਂ ਲੈ ਕੇ ਦੇਵੇ। ਉਹ ਹੁੰਦਾ ਜੇ ਕੌਮ ਦਾ ਆਗੂ। ਉਹਨਾਂ ਨੇ ਨਾਲ ਦੀ ਨਾਲ ਸੁਨੇ ਭੇਜ ਦਿੱਤੇ, ਕਹਿਣ ਲੱਗੇ ਸੰਗਤ ਜੀ ਆਇਆ ਜੇ ਨਾ, ਖਤਰਾ ਜੇ ਟਲਿਆ ਨਹੀਂ, ਸੰਗਤ ਨਾ ਆਈ, ਦੀਵਾਲੀ ਦਾ ਦਿਨ ਲੰਘ ਗਿਆ। ਪਟਾਕਿਆਂ ਦੀ ਆਵਾਜ਼ ਦੇ ਵਿੱਚ ਭਾਈ ਮਨੀ ਸਿੰਘ ਦੀ ਸ਼ਹਾਦਤ ਨਾਲ ਰੋਲ ਦਿਆ ਜੇ ਅੱਜ ਦੱਸਣ ਆਇਆ ਮੈਂ। ਦਿਨ ਲੰਘ ਗਿਆ, ਹਕੂਮਤ ਦਾ ਬੰਦਾ ਗੁਰੂ ਘਰ ਦੇ ਵਿੱਚ ਅਪੜਦਾ ਤੇ ਆ ਕੇ ਪਤਾ ਕੀ ਕਹਿੰਦਾ? ਕਹਿੰਦਾ ਜੀ 5000 ਰੁਪਇਆ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਸੀ। ਭਾਈ ਮਨੀ ਸਿੰਘ ਕਹਿੰਦੇ ਜ਼ਬਾਨ ਦੇ ਤੁਸੀਂ ਵੀ ਪੱਕੇ ਰਹੋ ਤੇ ਜ਼ਬਾਨ ਦਾ ਮੈਂ ਵੀ ਪੱਕਾ ਰਹਿਣਾ ਮੈਂ। ਜ਼ੁਬਾਨ ਨਹੀਂ ਹੋਈ ਸੀ ਵੀ ਦੀਵਾਲੀ ਦਾ ਮੇਲਾ ਗੁਰੂ ਘਰ ਦੇ ਵਿੱਚ ਲੱਗਣ ਦਿੱਤਾ ਜਾਵੇਗਾ, ਸੰਗਤ ਦਾ ਇਕੱਠ ਹੋਵੇਗਾ, ਅਸੀਂ ਗੁਰਮਤੇ ਕਰਾਂਗੇ, ਅਸੀਂ ਭਵਿੱਖ ਦੇ ਪਲਾਨ ਤਿਆਰ ਕਰਾਂਗੇ ਆਪਣੇ ਬੱਚਿਆਂ ਦੇ। ਤੇ ਕਸੂਰ ਕਿਹਦਾ ਸੀ? ਤੁਸੀਂ 4 ਚਫੇਰੇ ਬੰਦੇ ਲਾ ਦਿੱਤੇ ਤੇ ਮੈਂ ਕੌਮ ਨੂੰ ਕਹਿ ਦਿੱਤਾ ਕਿ ਅਸੀਂ ਆਪਣੇ ਬੱਚੇ ਹੋਰ ਨਹੀਂ ਅਜੇ ਮਰਵਾਉਣੇ, ਇਸ ਕਰਕੇ ਮੇਲਾ ਨਹੀਂ ਲੱਗਾ, ਰੁਪਈਆ ਨਹੀਂ ਬਣਦਾ। ਹਕੂਮਤ ਕਹਿੰਦੀ ਮਨੀ ਸਿਆਂ 5000 ਰੁਪਈਆ ਦੀਵਾਲੀ ਦੇ ਮੇਲੇ ਦਾ ਇਹ ਤੇ ਤੈਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਪੈਣਾ। ਤੇ ਭਾਈ ਮਨੀ ਸਿੰਘ ਦਾ ਜਵਾਬ ਕਿੰਨਾ ਪਿਆਰਾ ਸੀ, ਕਹਿਣ ਲੱਗੇ ਇਸ 5000 ਰੁਪਏ ਦੇ ਨਾਲ ਕਿਸੇ ਗਰੀਬ ਦਾ ਢਿੱਡ ਤੇ ਭਰ ਸਕਦਾ ਮੈਂ, ਪਰ ਇਸ 5000 ਰੁਪਏ ਦੇ ਨਾਲ ਮੈਂ ਸਰਕਾਰੀ ਖਜ਼ਾਨਾ ਨਹੀਂ ਜੇ ਭਰ ਸਕਦਾ। ਸੁਣੋ ਮੁੱਢ ਕਿੱਥੋਂ ਵੱਜਦਾ ਸ਼ਹਾਦਤ ਦਾ, ਮੁੱਢ ਵੇਖੋ ਕਿੱਥੋਂ ਵੱਜਦਾ ਪਿਆ। ਮੈਂ ਕਹਿੰਦਾ ਪ੍ਰਦੂਸ਼ਣ ਦੀ ਗੱਲ ਮੈਂ ਮੰਨ ਲੈਣਾ, ਮੈਂ ਇਹ ਵੀ ਜਾਇਜ਼। ਕਿਸਾਨ ਭਰਾ ਮੇਰੇ ਸੜਕਾਂ ਤੇ ਬੈਠੇ ਨੇ, ਇਸ ਕਰਕੇ ਦੀਵਾਲੀ ਕੁਝ ਵੀਰ ਕਹਿੰਦੇ ਨਹੀਂ ਮਨਾਉਣੀ, ਜਾਇਜ਼। ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪਾਂ ਦਾ ਹਿਸਾਬ ਨਹੀਂ ਮਿਲਦਾ ਪਿਆ, ਸਾਨੂੰ ਕੋਈ ਹੱਕ ਨਹੀਂ ਅਸੀਂ ਦੀਵਾਲੀ ਮਨਾਈਏ, ਇਹ ਜਾਇਜ਼। ਪਰ ਭਾਈ ਮਨੀ ਸਿੰਘ ਦੀ ਸ਼ਹਾਦਤ ਵੀ ਨਾਲ ਜੋੜ ਕੇ ਵੇਖੋ ਤੇ ਫਿਰ ਮਹਿਸੂਸ ਕਰਕੇ ਵੇਖਿਆ ਜੇ ਵੀ ਗੁਸਤਾਖੀ ਹੋਈ ਹੈ ਤੇ ਕਿੱਥੇ ਹੋਈ ਹੈ। ਨਾ ਸਰਕਾਰੀ ਖਜ਼ਾਨੇ ਵਿੱਚ ਪੈਸਾ ਜਮ੍ਹਾਂ ਨਹੀਂ ਹੋਵੇਗਾ। ਤੇ ਆ ਜਿਹੜੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਨੇ ਨਾ, ਪਹਿਲੀ ਗੱਲ ਤੇ ਮੇਰੀ ਵੀਡੀਓ ਤੇ ਮਿਸ ਕਰਦੇ ਹੀ ਨਹੀਂ, ਸੁਣਨਗੇ ਲਾਜ਼ਮੀ। ਹਾਂ, ਉਹਨਾਂ ਨੂੰ ਪਤਾ ਲੱਗ ਜਾਣਾ ਵੀ ਸਾਡੇ ਬਾਰੇ ਬੋਲਿਆ, ਲਾਜ਼ਮੀ ਸੁਣਨਗੇ। ਜੇ ਕਿਸੇ ਦੇ ਨਾਂ ਧਿਆਨ ਚ ਪਈ ਮਾੜੀ ਜੀ ਲਿੰਕ ਭੇਜ ਦਿਆ ਕਰੋ। ਹਾਂ, ਫਿਰ ਕੀ ਹੋਵੇਗਾ?
ਹੁਣ ਤੁਸੀਂ ਸੋਚੋ ਕੀ ਹੋਵੇਗਾ। ਭਾਈ ਮਨੀ ਸਿੰਘ ਕਹਿੰਦੇ ਨੇ ਨਹੀਂ, ਜੋ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਦੇ ਦਿਓ, ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ, ਪਰ ਮੈਂ ਗੁਰੂ ਕੀ ਗੋਲਕ ਦੀ ਦੁਰਵਰਤੋਂ ਨਹੀਂ ਹੋਣ ਦਿਆਂਗਾ। ਤੇ ਅੱਜ ਇਹਨਾਂ ਉੱਚ ਕੋਟੀ ਦੇ ਪ੍ਰਬੰਧਕਾਂ ਨੂੰ ਪੁੱਛਿਆ ਜੇ, ਵੱਡੀਆਂ ਵੱਡੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਪੁੱਛਿਆ ਜੇ ਕਿ ਅੱਜ ਭਾਈ ਮਨੀ ਸਿੰਘ ਦੀ ਆਤਮਾ ਨੂੰ ਤੁਸੀਂ ਕਿੰਨਾ ਕੁ ਰੁਲਾਇਆ ਹੋਵੇਗਾ। ਮੇਰਾ ਮੰਨਣਾ ਇਹ ਹੈ, ਅੱਜ ਇਹਨਾਂ ਦੇ ਹਾਲਾਤ ਵੇਖ ਕੇ ਭਾਈ ਮਨੀ ਸਿੰਘ ਜੀ, ਹਕੀਕਤ ਇਹ ਹੈ ਜ਼ਰੂਰ ਖੂਨ ਦੇ ਅਥਰੂ ਰੋਏ ਹੋਣਗੇ ਕਿ ਮੈਂ ਤੇ ਕਿਹਾ ਸੀ ਗੋਲਕ ਦੀ ਦੁਰਵਰਤੋਂ ਨਹੀਂ ਹੋਣ ਦਿਆਂਗਾ, ਕਿਉਂਕਿ ਇਹ ਸੰਗਤ ਦਾ ਟਕਾ ਟਕਾ ਆਇਆ, ਸੰਗਤ ਦਾ ਪੈਸਾ ਪੈਸਾ ਆਇਆ, ਤੇ ਅੱਜ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਿਵੇਂ ਹੁੰਦੀ ਹੈ। ਸੁਣਿਆ ਜੇ ਕਦੀ ਪ੍ਰਧਾਨ ਦੀ ਗੱਡੀ ਦੇ ਅੰਦਰ ਪੌਣੇ 2 ਕਰੋੜ ਦਾ ਤੇਲ ਫੁੱਕ ਗਿਆ, ਮਹਿਸੂਸ ਕਰਕੇ ਵੇਖੋ ਕਦੀ, ਉਹ ਪੌਣੇ 2 ਕਰੋੜ ਕਿਹਨਾਂ ਦਾ ਸੀ ਦੱਸੋ ਨਾ। ਅੱਜ ਸਾਨੂੰ ਪਤਾ ਕੀ ਕਹਿੰਦੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਹਿਸਾਬ ਮੰਗਦੇ ਆ, ਕਹਿੰਦੇ ਕੌਣ ਹੁੰਦੇ ਹੋ ਤੁਸੀਂ ਪੁੱਛਣ ਵਾਲੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਇਲੈਕਟਡ ਹੈ, ਇਲੈਕਸ਼ਨ ਹੋਇਆ ਸੀ, ਜਿੱਤ ਕੇ ਆਏ ਆ। ਮੈਂ ਕਿਹਾ ਚੇਤੇ ਰੱਖਿਆ ਜੇ ਤੁਹਾਨੂੰ ਸੰਗਤ ਫਾਈਨਾਂਸ ਕਰਦੀ ਹੈ, ਬੋਲੋ ਬਈ ਐਸਜੀਪੀਸੀ ਮੰਨਿਆ ਅਰਬਾਂ ਦਾ ਬਜਟ ਹੈ, ਮੈਨੂੰ ਤੁਸੀਂ ਦੱਸੋ ਵੀ ਫਾਈਨਾਂਸ ਕੌਣ ਕਰਦਾ ਹੈ। ਚੇਤੇ ਰੱਖਿਆ ਜੇ ਸੰਗਤ ਹੈ ਨਾ, ਸੰਗਤ ਗੁਰੂ ਕੀ ਗੋਲਕ ਦੇ ਵਿੱਚ ਮਾਇਆ ਪਾਉਂਦੀ ਹੈ। ਬੋਲੋ ਬਈ ਜਿਹੜੀਆਂ ਗੁਰੂ ਘਰ ਦੇ ਨਾਲ ਜ਼ਮੀਨਾਂ ਨੇ ਸਿੱਖਾਂ ਨੇ ਲਵਾਈਆਂ, ਐਜ਼ ਏ ਸਿੱਖ ਮੈਂ ਕੀ ਪੁੱਛ ਨਹੀਂ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਵਰੂਪ ਕਿੱਥੇ ਨੇ। ਬੋਲੋ ਬਈ ਵਿਚਾਰ ਕਰੋ ਕਦੀ ਕਿ ਐਜ਼ ਏ ਸਿੱਖ ਸਾਡਾ ਵੀਰ ਪਰਮਾਨਾ ਪੁੱਛ ਨਹੀਂ ਸਕਦਾ ਕਿ ਦੱਸੋ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਲਾਪਤਾ ਨੇ, ਕਿਵੇਂ ਲਾਪਤਾ ਨੇ। ਚਲੋ ਇੱਕ ਜਵਾਬ ਮੈਨੂੰ ਤੁਸੀਂ ਦੇ ਦਿਓ। ਮੰਨ ਲਓ ਇਸ ਗੁਰੂ ਘਰ ਜਿੱਥੇ ਆਪਾਂ ਗੁਰਦੁਆਰਾ ਟਾਮੀ ਸਾਹਿਬ ਇਤਿਹਾਸਕ ਸਥਾਨ ਹੈ, ਮੰਨਿਆ ਵੀ ਇੱਥੇ 8 ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਹੋਣ, ਕਿੰਨੇ ਜੀ ਭੈਣੋ ਤੁਹਾਡੀ ਆਵਾਜ਼ ਨਹੀਂ ਆਈ, ਕਿੰਨੇ 8। ਤੇ ਜੇ ਕਿਤੇ ਗ੍ਰੰਥੀ ਸਿੰਘ ਜਾਣ ਲੱਗੇ ਤੇ ਉਹ ਕਹਦੇ ਵੀ ਹੁਣ 8 ਸੀ ਪਰ ਹੁਣ 7 ਨੇ, ਤੇ ਮੈਨੂੰ ਦੱਸੋ ਵੀ ਕਾਲਾ ਸੰਘੇ ਵਾਲੇ ਸਾਰੇ ਇਕੱਠੇ ਹੋ ਕੇ ਪੁੱਛਣਗੇ ਬਾਬਾ ਜੀ ਇੱਕ ਸਵਰੂਪ ਘੱਟ ਹੈ ਤੇ ਕਿਉਂ ਘੱਟ ਹੈ। ਬੋਲੋ ਬਈ ਪੁੱਛੋਗੇ ਬਾਬਾ ਜੀ ਸਵਰੂਪ ਘੱਟ ਹੈ ਤੇ ਕਿਉਂ ਘੱਟ ਹੈ, ਸਾਨੂੰ ਦੱਸੋ ਕਿੱਥੇ ਗਿਆ, ਕਿਸ ਨੂੰ ਦਿੱਤਾ ਤੇ ਕਿਸ ਇਵਜ ਕਰਕੇ ਦਿੱਤਾ। ਤੁਹਾਡਾ ਸਵਾਲ ਹੋਵੇਗਾ ਜੇ ਪਿੰਡ ਦੇ ਗ੍ਰੰਥੀ ਦੇ ਉੱਪਰ ਸਾਰੀ ਪੰਚਾਇਤ ਚੜ ਕੇ ਆ ਸਕਦੀ ਏ ਤੇ ਮੈਨੂੰ ਦੱਸੋ ਵੀ 328 ਸਵਰੂਪਾਂ ਦੇ ਮਾਮਲੇ ਦੇ ਵਿੱਚ ਕੌਮ ਕਿਉਂ ਨਹੀਂ ਪੁੱਛ ਸਕਦੀ। ਵੀ ਜਵਾਬ ਤੇ ਉਹਨੂੰ ਚਾਹੀਦਾ ਨਾ। ਆਗੂ ਕੀ ਹੈ, ਆਗੂ ਦੇ ਵਿੱਚ ਕਿਹੜੀ ਕੁਆਲਿਟੀ ਹੋਣੀ ਚਾਹੀਦੀ ਹੈ, ਵਿਚਾਰ ਕਰੋ ਕਦੀ। ਇਹ ਥੋੜਾ ਵੀ ਐਮਐਲਏ ਦਾ ਪੁੱਤ ਹੀ ਐਮਐਲਏ ਬਣੇਗਾ, ਕਿਉਂ ਬਣੇਗਾ। ਐਮਐਲਏ ਤੁਹਾਡੇ ਵਿੱਚੋਂ ਕਿਉਂ ਨਹੀਂ ਕੋ ਬਣ ਸਕਦਾ। ਨੌਜਵਾਨੋ ਵਿਚਾਰ ਕਰਿਆ ਜੇ ਮੇਰੀਆਂ ਗੱਲਾਂ ਤੇ। ਰਾਜੇ ਦਾ ਪੁੱਤ ਰਾਜਾ ਬਣਦਾ ਹੁੰਦਾ ਸੀ, ਲੋਕਤੰਤਰ ਆਇਆ, ਲੋਕ ਕਹਿੰਦੇ ਨਹੀਂ ਰਾਜਾ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਨਹੀਂ ਲਵੇਗਾ। ਅੱਜ ਤੋਂ ਬਾਅਦ ਦੇਸ਼ ਦਾ ਜਿਹੜਾ ਆਗੂ ਹੋਵੇਗਾ ਵੋਟਾਂ ਵਾਲੀ ਪੇਟੀ ਵਿੱਚੋਂ ਨਿਕਲੇਗਾ, ਮਾਂ ਦੇ ਪੇਟੋਂ ਨਹੀਂ ਨਿਕਲੇਗਾ। ਸੀ ਆਹੀ ਸੀ ਲੋਕਤੰਤਰ ਨਾ, ਨਹੀਂ ਤੇ ਰਾਜੇ ਦਾ ਪੁੱਤ ਰਾਜਾ। ਬੋਲੋ ਬਈ ਲੋਕਤੰਤਰ ਲਿਆਂਦਾ ਗਿਆ, ਇਹ ਚੀਜ਼ ਖਤਮ ਕੀਤੀ ਗਈ, ਖਤਮ ਕਰਕੇ ਦੁਨੀਆ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਰਾਜਾ ਮਾਂ ਦੇ ਪੇਟੋਂ ਨਹੀਂ ਵੋਟਾਂ ਵਾਲੀ ਪੇਟੀ ਦੇ ਵਿੱਚੋਂ ਨਿਕਲੇਗਾ। ਤੇ ਅੱਜ ਫੇਰ ਹੋ ਗਈ ਲੀਡਰ ਦਾ ਪੁੱਤ ਲੀਡਰ। ਬੋਲੋ ਬਈ ਤੇ ਗੁੱਸਾ ਨਾ ਮੇਰੀ ਗੱਲ ਦਾ ਕਰਿਆ ਜੇ ਕੋਈ ਡੇਰੇਦਾਰ ਹੋਵੇ ਉਹ ਮਰ ਜਾਂਦਾ ਤੇ ਆਮ ਕਰਕੇ ਦਸਤਾਰ ਉਹਦੇ ਅੱਗੇ ਪੁੱਤ ਨੂੰ ਵੱਜ ਜਾਂਦੀ ਹੈ। ਬੋਲੋ ਵੀ ਸੱਚ ਹੈ ਕਿ ਝੂਠ ਹੈ। ਜਿੰਦਾਬਾਦ ਮੁਰਦਾਬਾਦ ਤੁਸੀਂ ਕਰਦੇ ਹੋ, ਡਾਂਗਾ ਤੁਸੀਂ ਖਾਂਦੇ ਹੋ, ਪਰ ਜਿਸ ਦਿਨ ਟਿਕਟ ਮਿਲਣੀ ਹੁੰਦੀ ਹੈ ਉਸ ਦਿਨ ਐਮਐਲਏ ਦਾ ਪੁੱਤ ਸਿੱਧਾ ਅਗਲਿਆਂ ਦੀ ਕੋਠੀ ਦੇ ਵਿੱਚ ਜਾਂਦਾ। ਬੋਲੋ ਸੱਚ ਹੈ ਕਿ ਝੂਠ ਹੈ, ਬੋਲ ਤੇ ਦਿਓ ਇਹਨਾਂ। ਤੁਹਾਡੇ ਵਿੱਚ ਐਮਐਲਏ ਦੀ ਕੁਆਲਿਟੀ ਕਿਉਂ ਨਹੀਂ, ਤੁਹਾਡੇ ਵਿੱਚ ਐਮਪੀ ਦੀ ਕੁਆਲਿਟੀ ਕਿਉਂ ਨਹੀਂ, ਕਿੱਥੇ ਮਾਰ ਪੈ ਰਹੀ ਹੈ। ਅੱਜ ਇਹ ਚੀਜ਼ਾਂ ਵਿਚਾਰਿਆ ਜੀ ਆਪਣੇ ਘਰ ਦੇ ਵਿੱਚ ਜਾ ਕੇ। ਚੇਤੇ ਰੱਖਿਆ ਜੇ ਹਕੀਕਤ ਦੁਨੀਆ ਦੀ ਇਹ ਹੈ। ਮੈਨੂੰ ਮਸਕੀਨ ਜੀ ਦੀ ਗੱਲ ਬੜੀ ਪਿਆਰੀ ਯਾਦ ਆ ਰਹੀ ਹੈ, ਕਹਿਣ ਲੱਗੇ ਬੰਦਿਆ ਤੇਰੇ ਅੰਦਰ ਇੱਕ ਕਲਾਕਾਰ ਹੈ, ਇਹ ਕੱਢਣਾ ਤੈਨੂੰ ਪੈਣਾ। ਤੇਰੇ ਅੰਦਰ ਇੱਕ ਗੀਤਕਾਰ ਹੈ, ਕੱਢਣਾ ਤੈਨੂੰ ਪੈਣਾ। ਕਹਿਣ ਲੱਗੇ ਤੇਰੇ ਅੰਦਰ ਇੱਕ ਲੀਡਰ ਬੈਠਾ, ਕੱਢਣਾ ਤੇ ਤੈਨੂੰ ਪੈਣਾ। ਇੱਕ ਚੀਜ਼ ਚਲੋ ਵਿਚਾਰੋ, ਕੋਲਾ ਧਰਤੀ ਦੇ ਅੰਦਰ ਹੈ। ਬੋਲੋ ਵੀ ਕੋਲਾ ਧਰਤੀ ਦੇ ਅੰਦਰ ਹੈ, ਬੜਾ ਡੂੰਘਾ। ਤੇਲ ਧਰਤੀ ਦੇ ਅੰਦਰ ਹੈ, ਬੜਾ ਡੂੰਘਾ। ਪਰ ਚੇਤੇ ਰੱਖਿਆ ਜੇ ਕੋਲਾ ਧਰਤੀ ਦੇ ਅੰਦਰ ਹੈ, ਇਹਦੇ ਸੰਕੇਤ ਬਾਹਰ ਨੇ। ਸੰਕੇਤ ਬਾਹਰ ਨੇ, ਉਹਨਾਂ ਸੰਕੇਤਾਂ ਤੋਂ ਕੋਲੇ ਦੀ ਖੋਜ ਹੁੰਦੀ ਅੱਗੇ। ਤੇਲ ਧਰਤੀ ਦੇ ਅੰਦਰ ਹੈ ਪਰ ਸੰਕੇਤ ਬਾਹਰ ਨੇ, ਉਹਨਾਂ ਸੰਕੇਤਾਂ ਤੋਂ ਖੋਜ ਹੁੰਦੀ, ਅਸੀਂ ਤੇਲ ਤੱਕ ਆਪਣੀ ਪਹੁੰਚ ਕਰਦੇ ਹਾਂ। ਖਿਆਲ ਕਰੀ ਬੰਦਿਆ, ਸੰਕੇਤ ਵੇਖ ਕਿ ਤੇਰੇ ਅੰਦਰ ਸੰਕੇਤ ਇੱਕ ਪੋਲੀਟੀਕਲ ਲੀਡਰ ਵਾਲੇ ਹਨ
ਮੈਂ ਕਿਉਂ ਨਹੀਂ ਬਣ ਸਕਦਾ? ਆਪਣੇ ਘਰ ਦੇ ਵਿੱਚ ਜਾ ਕੇ ਅੱਜ ਵਿਚਾਰ ਤੇ ਕਰਕੇ ਵੇਖਿਆ ਜੀ। ਸਿਲੈਕਸ਼ਨ ਕਿਉਂ ਨਹੀਂ ਹੁੰਦੀ? ਵਿਚਾਰ ਤੇ ਕਰਕੇ ਵੇਖਿਆ ਜੀ। ਜੇ ਤੁਹਾਨੂੰ ਪਿੱਛੇ ਕੀਤਾ ਗਿਆ, ਕਿਹੜੀ ਸੋਚ ਨੇ ਪਿੱਛੇ ਕੀਤਾ ਗਿਆ, ਕਦੀ ਵਿਚਾਰ ਤੇ ਕਰਿਆ ਜੇ। ਤੁਸੀਂ ਚਿਹਰਿਆਂ ਦਾ ਵਿਰੋਧ ਕਰਦੇ ਹੋ, ਮੈਂ ਚਿਹਰਿਆਂ ਦਾ ਵਿਰੋਧ ਨਹੀਂ ਕਰਦਾ, ਮੈਂ ਨੀਤੀਆਂ ਦਾ ਵਿਰੋਧ ਕਰਦਾ ਹਾਂ। ਮੈਨੂੰ ਕਈ ਕਹਿੰਦੇ ਨੇ ਬਾਦਲ ਇੰਜ, ਕੈਪਟਨ ਇੰਜ। ਮੈਂ ਕਿਹਾ ਕੀ ਨੇ? ਵਿਚਾਰ ਕਰੋ। ਮੈਂ ਕਿਹਾ ਕਿਹੜੀ ਨੀਤੀ ਨੇ ਉਹਨਾਂ ਨੂੰ ਤਿਆਰ ਕੀਤਾ, ਉਸ ਨੀਤੀ ਦੀ ਗੱਲ ਕਰੋ ਮੇਰੇ ਨਾਲ। ਕਿਸਾਨ ਭਰਾਵਾਂ ਨੇ ਇੱਕ ਨਾਰਾ ਲਾਇਆ, ਮੋਦੀ ਕਿਸਾਨ ਵਿਰੋਧੀ। ਨਹੀਂ, ਤੁਹਾਨੂੰ ਪਤਾ ਹੀ ਨਹੀਂ ਲੱਗਾ ਜੀ ਕਿਹੜੀ ਨੀਤੀ ਨੇ ਮੋਦੀ ਤਿਆਰ ਕੀਤਾ ਤੇ ਕਿਹੜੀ ਨੀਤੀ ਨੇ ਇਹ ਬਿੱਲ ਤਿਆਰ ਕੀਤੇ। ਅੰਦਾਜ਼ਾ ਲਾਇਆ ਜੇ, ਪਤਾ ਨਹੀਂ ਲੱਗਾ ਸਾਡੇ ਲੋਕਾਂ ਨੂੰ ਇਹ ਨੀਤੀ ਕਿੱਥੋਂ ਨਿਕਲਦੀ ਹੈ। ਮੇਰੇ ਤੋਂ ਪਹਿਲਾਂ ਮੇਰੇ ਵੀਰ ਬਲਬੀਰ ਸਿੰਘ ਚੀਮਾ ਬੜਾ ਵਧੀਆ ਬੋਲਿਆ। ਇਹ ਨੀਤੀ ਨਿਕਲਦੀ ਹੈ ਮਨੂ ਸਿਮਰਤੀ ਦੇ ਵਿੱਚੋਂ, ਜਿਹਦੇ ਵਿੱਚ ਕਿਹਾ ਗਿਆ ਕਿ ਸ਼ੂਦਰ ਨੂੰ ਐਜੂਕੇਸ਼ਨ ਦਾ ਅਧਿਕਾਰ ਨਹੀਂ, ਸ਼ੂਦਰ ਨੂੰ ਜ਼ਮੀਨ ਪ੍ਰਾਪਰਟੀ ਰੱਖਣ ਦਾ ਅਧਿਕਾਰ ਨਹੀਂ। ਅੰਦਾਜ਼ਾ ਲਾ ਕੇ ਵੇਖਿਆ ਜੇ ਕਿਤੇ ਇਹ ਨੀਤੀ ਉਥੋਂ ਤੇ ਨਹੀਂ ਨਿਕਲੀ ਕਿ ਸਾਡੀ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਕੋਲ ਚਲੀ ਜਾਵੇਗੀ ਔਰ ਅਸੀਂ ਆਪਣੇ ਆਪ ਨੂੰ ਮਾਲਕ ਅਖਵਾਉਂਦੇ ਕੋਈ ਵੀ ਮਾਲਕ ਨਹੀਂ ਹੋਵਾਂਗੇ। ਅੰਦਾਜ਼ਾ ਲਾ ਕੇ ਵੇਖਿਆ ਜੇ, ਕਦੀ ਵਿਚਾਰ ਕਰਨਾ ਇਹ ਪਾਲਿਸੀ ਕਿੱਥੋਂ ਨਿਕਲਦੀ ਹੈ? ਕਿਤੇ ਪਾਲਿਸੀ ਉਥੋਂ ਤਾਂ ਨਹੀਂ ਨਿਕਲੀ। ਵਿਚਾਰ ਕਰਨ ਵਾਲੀਆਂ ਗੱਲਾਂ ਨੇ। ਅਸੀਂ ਚਿਹਰਿਆਂ ਦਾ ਵਿਰੋਧ ਕਰਦੇ ਹਾਂ। ਮੈਂ ਕਹਿੰਦਾ ਚਿਹਰਿਆਂ ਦਾ ਨਹੀਂ, ਉਹਨਾਂ ਨੀਤੀਆਂ ਦਾ ਵਿਰੋਧ ਕਰੋ। ਹੋ ਸਕਦਾ ਕੱਲ ਨੂੰ ਉਸ ਨੀਤੀ ਤੇ ਮੈਂ ਵੀ ਚੱਲਣ ਲੱਗ ਪਵਾਂ। ਫੇਰ ਨੀਤੀ ਦਾ ਵਿਰੋਧ ਕਰੋ ਨਾ, ਚਿਹਰਿਆਂ ਦਾ ਨਹੀਂ। ਅੱਗੇ ਆਓ ਥੋੜਾ ਜਿਹਾ। ਜਿਹੜਾ ਆਗੂ ਹੁੰਦਾ ਹੈ ਨਾ, ਆਗੂ, ਉਹਦੇ ਗੁਣ ਕੀ ਹੁੰਦੇ ਨੇ? ਇੱਕ ਛੋਟਾ ਜਿਹਾ ਤੁਹਾਨੂੰ ਗੁਣ ਸੁਣਾਉਣਾ ਮੈਂ ਤੇ ਉਹਦੇ ਵਿੱਚੋਂ ਤੁਹਾਨੂੰ ਸਮਝ ਪੈ ਜਾਏਗੀ। ਮੇਰੇ ਨੌਜਵਾਨ ਭਰਾ ਬੜੀ ਇਕਾਗਰਤਾ ਵਿੱਚ ਸੁਣਦੇ ਨੇ। ਇੱਕ ਚੀਜ਼ ਵਿਚਾਰੋ, ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰਾ ਕਿਹਨਾਂ ਨੇ ਪਾਇਆ ਸੀ? ਪਹਾੜੀ ਰਾਜਿਆਂ ਨੇ। ਬੋਲੋ ਬਈ, ਕਿਹਨਾਂ ਨੇ ਪਾਇਆ ਸੀ? ਪਹਾੜੀ ਰਾਜਿਆਂ ਨੇ। ਸ਼ੁਰੂਆਤ ਹੋ ਗਈ। ਵਿਚਾਰਕ ਮਤਭੇਦ ਹੈ, ਉਹ ਸਨਾਤਨੀ ਵਿਚਾਰਧਾਰਾ ਹੈ, ਸਾਡੇ ਖਾਲਸ ਵਿਚਾਰਧਾਰਾ ਹੈ। ਉਸ ਤੋਂ ਬਾਅਦ ਜਦੋਂ ਉਹਨਾਂ ਦੇ ਕੋਲੋਂ ਕੰਮ ਨਹੀਂ ਬਣਿਆ, ਫਿਰ ਕਿਹਨੂੰ ਲਿਆ? ਸੂਬਾ ਸਰਹੰਦ ਨੂੰ ਵਜ਼ੀਰ ਖਾਂ, ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ, ਨਵਾਬ ਲਾਹੌਰ। ਘੇਰਾ ਪਿਆ, ਘੇਰਾ ਪਿਆ। ਸਤਿਗੁਰੂ ਦੇ ਵੱਡੇ ਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਪਰ ਗੁਰੂ ਗੋਬਿੰਦ ਸਿੰਘ ਨੇ ਜਦੋਂ ਜ਼ਫਰਨਾਮਾ ਲਿਖਿਆ ਤੇ ਜ਼ਫਰਨਾਮਾ ਪਹਾੜੀ ਰਾਜਿਆਂ ਨੂੰ ਨਹੀਂ ਲਿਖਿਆ, ਕਿਸੇ ਸੂਬੇ ਨੂੰ ਨਹੀਂ ਲਿਖਿਆ। ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਿੱਡੀ ਦੂਰ ਅੰਦੇਸ਼ੀ ਵਾਲੇ ਨੇ ਜ਼ਫਰਨਾਮਾ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਤੇ ਭੇਜਿਆ ਵੀ ਆਪਣੇ ਬਹੁਤ ਖਾਸਮ ਖਾਸ ਦੇ ਹੱਥਾਂ ਦੇ ਵਿੱਚੋਂ। ਇਹਨੂੰ ਕੀ ਕਿਹਾ ਜਾਵੇਗਾ? ਸਤਿਗੁਰੂ ਕਹਿੰਦੇ ਮੈਂ ਪਿਆਦਿਆਂ ਦਾ ਵਿਰੋਧ ਨਹੀਂ ਕਰਾਂਗਾ। ਮਹਿਸੂਸ ਕਰੋ ਕਦੀ, ਮੈਂ ਪਿਆਦਿਆਂ ਦਾ ਵਿਰੋਧ ਨਹੀਂ ਕਰਾਂਗਾ, ਮੈਂ ਨਾ ਚਿਹਰਿਆਂ ਦਾ ਵਿਰੋਧ ਨਹੀਂ ਕਰਾਂਗਾ। ਜਿੱਥੋਂ ਨੀਤੀਆਂ ਘੜੀਆਂ ਜਾਂਦੀਆਂ ਨੇ, ਮੈਂ ਸਿੱਧਾ ਤੀਰ ਨਿਸ਼ਾਨੇ ਉੱਥੇ ਲਾਵਾਂਗਾ। ਤੈਨੂੰ ਮੈਂ ਜਾਣੂ ਕਰਵਾ ਦਿਆਂ ਕਿ ਜਿਹੜੇ ਤੇਰੇ ਪਿਆਦੇ ਨੇ ਕਿਹੜੀਆਂ ਕਿਹੜੀਆਂ ਕਰਤੂਤਾਂ ਕਰਦੇ ਪਏ ਨੇ। ਅੰਦਾਜ਼ਾ ਲਾ ਕੇ ਕਦੀ ਵੇਖਿਆ ਜੇ? ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਦ੍ਰਿਸ਼ਟੀਕੋਣ ਦੇਖੋ ਕਿਹਦਾ। ਇੱਕ ਆਗੂ ਉਹ ਹੁੰਦਾ ਹੈ ਜਿਹਨੂੰ ਮਿਸ਼ਨ ਤੇ ਵਿਜ਼ਨ ਕਲੀਅਰ ਹੋਵੇ। ਕੀ ਹੋਵੇ? ਮਿਸ਼ਨ ਤੇ ਵਿਜ਼ਨ ਕਲੀਅਰ ਹੋਵੇ। ਜਿਹਨੂੰ ਮਿਸ਼ਨ ਤੇ ਵਿਜ਼ਨ ਕਲੀਅਰ ਨਹੀਂ, ਉਹ ਕੌਮ ਦਾ ਕਦੀ ਆਗੂ ਨਹੀਂ ਬਣ ਸਕਦਾ। ਸਤਿਗੁਰ ਪਾਤਸ਼ਾਹ ਜੀ ਨੇ ਜ਼ਫਰਨਾਮਾ ਕਿਸੇ ਪਹਾੜੀ ਰਾਜੇ ਨੂੰ ਨਹੀਂ ਲਿਖਿਆ ਵੀ ਆਹ ਕਰਤੂਤਾਂ ਕੀਤੀਆਂ ਨੇ ਇਹਨਾਂ ਨੇ, ਮੈਨੂੰ ਆ ਕੇ ਇੱਥੇ ਚਾਰ ਚ ਫਿਰੇ ਘੇਰਾ ਪਾ ਲਿਆ, ਮੇਰੇ ਬੱਚੇ ਸ਼ਹੀਦ। ਸਤਿਗੁਰ ਕਹਿੰਦੇ ਤੇ ਪਿਆਦੇ ਨੇ, ਇਹ ਤੇ ਅੱਜ ਵਰਤੇ ਗਏ ਨੇ, ਕੱਲ ਵੀ ਵਰਤੇ ਜਾਣਗੇ। ਉਸ ਸਮੇਂ ਦੀ ਸਭ ਤੋਂ ਵੱਡੀ ਪਾਵਰ ਸੀ ਦਿੱਲੀ ਦੀ ਧਰਤ ਦੇ ਉੱਪਰ ਮੇਰੇ ਸੱਚੇ ਪਾਤਸ਼ਾਹ ਨੇ ਜ਼ਫਰਨਾਮਾ ਲਿਖਿਆ। ਬੋਲੋ ਸੱਚ ਹੈ ਕਿ ਝੂਠ ਹੈ? ਅੰਦਾਜ਼ਾ ਲਾਇਆ ਜੀ। ਸਤਿਗੁਰ ਕਹਿੰਦੇ ਚਿਹਰਿਆਂ ਦਾ ਨਹੀਂ, ਨੀਤੀ ਵਾਲੇ ਪਾਸੇ ਜਾਓ। ਨੀਤੀਆਂ ਘੜੀਆਂ ਕਿੱਥੋਂ ਜਾ ਰਹੀਆਂ ਨੇ? ਅੱਜ ਸਿੱਖੋ, ਤੁਸੀਂ ਚਿਹਰਿਆਂ ਦਾ ਵਿਰੋਧ ਕਰਦੇ ਹੋ। ਕੋਈ ਕਹਿੰਦਾ ਬਾਦਲ ਮਾੜਾ, ਕੋਈ ਕਹਿੰਦਾ ਕੈਪਟਨ ਮਾੜਾ। ਮੈਂ ਕਹਿੰਦਾ ਜੇ ਕੱਲ ਨੂੰ ਉਹਨਾਂ ਨੀਤੀਆਂ ਤੇ ਮੇਰਾ ਬਾਪੂ ਸੰਗਤ ਵਿੱਚ ਆ ਕੇ ਬੈਠਾ ਹੈ, ਜੇ ਉਹਨਾਂ ਨੀਤੀਆਂ ਤੇ ਮੇਰਾ ਪਿਓ ਵੀ ਚੱਲੇ ਤੇ ਖਿਆਲ ਕਰਿਆ ਜੇ ਮੇਰਾ ਪਿਓ ਹੁੰਦੇ ਹੋਏ ਵੀ ਗਲਤ ਗਿਣਿਆ ਜਾਵੇਗਾ। ਵਿਚਾਰ ਕਰੋ ਕਦੀ। ਉਹ ਨੀਤੀ ਦੇ ਉੱਪਰ ਹੈ। ਅਗਲਿਆਂ ਕੋਲ ਇੱਕ ਨਹੀਂ ਹੈ, ਇੱਕ ਚਿਹਰਾ ਮਰਦਾ, ਅਗਲੇ ਦੂਜਾ ਤਿਆਰ ਕਰਕੇ ਭਾਇਆ ਹੁੰਦਾ ਪਹਿਲਾਂ ਹੀ। ਬੋਲੋ ਬਈ, ਹੈ ਨੌਜਵਾਨੋ, ਸੱਚ ਹੈ ਨਾ? ਤੇ ਸਾਡੀ ਸੁਰਤੀ ਚਿਹਰਿਆਂ ਤੱਕ ਆ ਕੇ ਖਤਮ ਹੋ ਜਾਂਦੀ ਹੈ। ਜਿੱਥੋਂ ਗੱਲ ਸ਼ੁਰੂ ਕਰਨੀ ਸੀ ਅਸੀਂ ਉੱਥੇ ਲਿਆ ਕੇ ਗੱਲ ਮੁਕਾਤੀ। ਗੱਲ ਕਿਵੇਂ ਬਣੇਗੀ?
ਭਾਈ ਮਨੀ ਸਿੰਘ ਇੱਕ ਆਗੂ ਨੇ, ਉਹਨਾਂ ਨੇ ਇੱਕ ਗੱਲ ਬੜੀ ਗਜ਼ਬ ਦੀ ਕਹਿ ਦਿੱਤੀ। ਕਹਿਣ ਲੱਗੇ ਲੋਕੋ ਸ਼ਾਂਤ ਰਿਹਾ ਜੀ, ਜਦੋਂ ਵੱਡੇ ਵੱਡੇ ਸੰਘਰਸ਼ ਲੜਨੇ ਹੁੰਦੇ ਨੇ ਨਾ, ਕਹਿਣ ਲੱਗੇ ਛੋਟੇ ਛੋਟੇ ਨੁਕਸਾਨ ਹੋ ਜਾਂਦੇ ਨੇ। ਸੁਣਿਆ ਜੀ, ਛੋਟੇ ਛੋਟੇ ਨੁਕਸਾਨ ਹੋ ਜਾਂਦੇ ਨੇ। ਜੇ ਫਿਰ ਵੀ ਕਿਸੇ ਨੂੰ ਭੁਲੇਖਾ ਹੋਵੇ ਤੇ ਨੌਜਵਾਨੋ ਇੱਕ ਚੀਜ਼ ਵਿਚਾਰਿਆ ਜੇ, ਕਿਹੜੀ ਐਸੀ ਚੀਜ਼ ਸੀ ਜਿਹਨੂੰ ਬਚਾਇਆ ਗਿਆ, ਜਿਹਨੂੰ ਬਚਾਉਣ ਵਾਸਤੇ ਆਨੰਦਪੁਰ ਵੀ ਛੱਡਿਆ, ਆਪਣੇ ਬੱਚੇ ਵੀ ਸ਼ਹੀਦ ਕਰਵਾ ਲਏ? ਉਹ ਕਿਹੜਾ ਮਿਸ਼ਨ ਸੀ ਜਿਹੜਾ ਬੱਚਿਆਂ ਤੋਂ ਵੀ ਉੱਤੇ ਰਿਹਾ? ਆਪਾਂ ਇੱਥੇ ਬੈਠੇ ਆ, ਤੁਹਾਨੂੰ ਘਰ ਦੇ ਵਿੱਚੋਂ ਕਾਲ ਆ ਜਾਂਦੀ ਹੈ ਵੀ ਨਿਆਣਾ ਬਿਮਾਰ ਹੈ, ਤੁਸੀਂ ਮੇਰਾ ਲੈਕਚਰ ਸੁਣੋਗੇ ਕਿ ਆਪਣੇ ਬੱਚੇ ਨੂੰ ਜਾ ਕੇ ਵੇਖੋਗੇ? ਬੋਲੋ ਤਾਂ ਸਹੀ ਮਾੜਾ ਜਿਹਾ। ਨਿਆਣਾ ਵੇਖੋਗੇ ਨਾ, ਬੋਲੋ ਨਿਆਣਾ ਵੇਖੋਗੇ। ਤੁਸੀਂ ਕਹੋਗੇ ਯਾਰ ਮਖੂ ਅੱਜ ਬੋਲਦਾ, ਕੱਲ ਸੁਣ ਲਾਂਗੇ, ਲਾਈਵ 'ਚ ਸੁਣ ਲਾਂਗੇ, ਸਾਡੇ ਬੜੇ ਸੋਹਣੇ ਸੋਹਣੇ ਭਰਾ ਕਵਰੇਜ ਕਰਦੇ ਪਏ ਨੇ, ਅਸੀਂ ਇਹਨਾਂ ਚੈਨਲਸ ਦੇ ਉੱਪਰ ਦੇਖ ਲਵਾਂਗੇ। ਪਰ ਨਹੀਂ, ਹੁਣ ਜਾ ਕੇ ਆਪਣਾ ਬੱਚਾ ਵੇਖਾਂਗੇ। ਅੰਦਾਜ਼ਾ ਲਾਇਆ ਜੀ, ਆਪਣੇ ਬੱਚਿਆਂ ਵੱਲ ਵੇਖਣ ਦੀ ਬਜਾਏ ਉਸ ਮਿਸ਼ਨ ਵੱਲ ਵੇਖਿਆ। ਇਥੋਂ ਮਹਿਸੂਸ ਕਰਕੇ ਵੇਖਿਆ ਜੇ ਵੀ ਉਹ ਮਿਸ਼ਨ ਕਿਹੜਾ ਸੀ, ਕਿੰਨੇ ਕੁ ਉਸ ਮਿਸ਼ਨ ਦੇ ਉੱਪਰ ਖਰੇ ਆ। ਵਿਚਾਰਾ ਕਰਨ ਵਾਲੀਆਂ ਨੇ। ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਗੱਲ ਕਹਿ ਦਿੱਤੀ, ਕਹਿਣ ਲੱਗੇ ਨਹੀਂ, ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਜਮ੍ਹਾਂ ਨਹੀਂ ਕਰਵਾਇਆ ਜਾਏਗਾ, ਇਹਦੇ ਨਾਲ ਕਿਸੇ ਦਾ ਢਿੱਡ ਤੇ ਭਰਿਆ ਜਾ ਸਕਦਾ ਹੈ, ਇਹ ਸੰਗਤ ਦਾ ਟਕਾ ਟਕ ਹੈ। ਅੱਜ ਕਹਿ ਦਿਆ ਜੇ ਇਹਨਾਂ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਭਾਈ ਮਨੀ ਸਿੰਘ ਕਹਿੰਦੇ ਸੀ ਪੈਸੇ ਦੀ ਬਰਬਾਦੀ ਨਹੀਂ ਕਰਾਂਗੇ, ਜੋ ਕਰਨਾ ਤੁਸੀਂ ਕਰ ਲਓ। ਤੇ ਅੱਜ ਸਭ ਤੋਂ ਵੱਡੀ ਬਰਬਾਦੀ ਇਹ ਲੋਕ ਕਰਦੇ ਪਏ ਨੇ ਕਿ ਨਹੀਂ ਕਰਦੇ ਪਏ? ਦੱਸੋ ਨਾ ਹੁਣ ਮਾੜਾ ਜਿਹਾ। ਹੋ ਰਹੀ ਹੈ, ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਹੈ। ਬੋਲਣਾ ਐਜ਼ ਏ ਨਾਗਰਿਕ, ਐਜ਼ ਏ ਸਿੱਖ ਤੁਸੀਂ ਆਪਣਾ ਹੱਕ ਸਮਝਦੇ ਹੋ? ਜੇ ਸਮਝਦੇ ਹੋ ਤੇ ਇਹਨਾਂ ਕੋ ਉਦਮ ਉਪਰਾਲਾ ਕਰ ਦਿਆ ਕਰੋ। ਕਹਿਣ ਲੱਗੇ ਮਨੀ ਸਿੰਘ ਤੇਰੀ ਗ੍ਰਿਫਤਾਰੀ ਹੋਵੇਗੀ। ਕਹਿਣ ਲੱਗੇ ਗ੍ਰਿਫਤਾਰੀਆਂ ਦਾ ਮੁੱਢ ਅੱਜ ਦਾ ਨਹੀਂ ਵੱਜਦਾ। ਜਦੋਂ ਗੁਰੂ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ ਸੀ, ਗ੍ਰਿਫਤਾਰੀ ਗੁਰੂ ਨਾਨਕ ਦੀ ਵੀ ਪਈ ਸੀ। ਬੋਲੋ ਪਈ ਸੀ। ਨਾਲੇ ਗ੍ਰਿਫਤਾਰੀਆਂ ਜਿਹੜੀਆਂ ਨੇ ਨਾ, ਸਿੱਖ ਕੌਮ ਆਪਾਂ ਜੇਲ੍ਹ ਭਰੋ ਅੰਦੋਲਨ ਵੀ ਕੀਤੇ ਨੇ, ਹਕੀਕਤ ਹੈ। ਇਹ ਵੇਖਣਾ ਪਏਗਾ ਵੀ ਕਿਸ ਪਰਪਸ ਦੇ ਲਈ ਅਸੀਂ ਜੇਲ੍ਹ ਦੇ ਵਿੱਚ ਗਏ ਆ। ਕਹਿਣ ਲੱਗੇ ਪ੍ਰਵਾਹ ਕੋਈ ਨਹੀਂ, ਜੋ ਕਰਨਾ ਕਰੋ। ਭਾਈ ਮਨੀ ਸਿੰਘ ਦੀ ਗ੍ਰਿਫਤਾਰੀ ਪੈਂਦੀ ਹੈ। ਬਾਦਸ਼ਾਹ ਕਦੀ ਆਪਣੇ ਤੇ ਗੱਲ ਨਹੀਂ ਆਉਣ ਦਿੰਦਾ ਹੁੰਦਾ, ਉਹ ਸਦਾ ਹੀ ਧਾਰਮਿਕ ਬੰਦਿਆਂ ਨੂੰ ਵਰਤਦਾ। ਜਿਵੇਂ ਪੋਲੀਟੀਕਲ ਬੰਦੇ ਤੁਹਾਡੇ ਧਾਰਮਿਕ ਬੰਦਿਆਂ ਨੂੰ ਵਰਤਦੇ ਆ ਨਾ, ਬੋਲੋ ਵਰਤਦੇ ਆ, ਪਤਾ ਸਾਰਾ, ਪਰ ਤੁਸੀਂ ਬੁਲਵਾਉਣਾ ਮੈਥੋਂ ਹੈ ਹਨਾ। ਇਹ ਸਾਡੀ ਸੁਭਾਅ ਹੈ। ਕਹਿੰਦੇ ਜਿਹੜਾ ਬੁਲਾਰਾ ਬੋਲਿਆ ਨਾ ਉਹੀ ਸਾਰਾ ਕੰਮ ਕਰੇ। ਆਪਾਂ ਤੇ ਸੰਗਤ ਵਿੱਚ ਬੈਠਣਾ ਨਹੀਂ। ਮਹਿਸੂਸ ਤੇ ਕਦੀ ਕਰੋ। ਕਦੀ ਵੀ ਤੁਸੀਂ ਦੇਖੋ ਹਿਸਟਰੀ, ਸਿੱਖ ਹਿਸਟਰੀ ਖਾਸ ਕਰਕੇ ਕਦੀ ਪੜ੍ਹਿਆ ਜੇ, ਉਹ ਭਾਵੇਂ ਸੂਬਾ ਸਰਹੰਦ ਹੈ, ਭਾਵੇਂ ਸੂਬਾ ਲਾਹੌਰ ਹੈ, ਭਾਵੇਂ ਬਾਦਸ਼ਾਹ ਔਰੰਗਜ਼ੇਬ ਹੈ, ਉਹ ਕਦੀ ਫੈਸਲਾ ਆਪ ਨਹੀਂ ਸੁਣਾਉਂਦੇ, ਧਾਰਮਿਕ ਬੰਦੇ ਦੀ ਜ਼ੁਬਾਨ ਤੋਂ ਕਢਵਾਉਂਦੇ ਨੇ। ਕਿਉਂ? ਕਿਉਂਕਿ ਜਦੋਂ ਬਾਦਸ਼ਾਹ ਸਿੱਧਾ ਬੋਲਦਾ ਨਾ ਤੇ ਕਈ ਵਾਰੀ ਲੋਕ ਬਗਾਵਤੀ ਸੁਰਾਂ ਫੜ ਜਾਂਦੇ ਨੇ, ਪਰ ਜਦੋਂ ਉਹੀ ਗੱਲ ਉਹ ਧਾਰਮਿਕ ਆਗੂ ਦੇ ਦੁਆਰਾ ਕਢਵਾ ਦੇਣਗੇ ਨਾ, ਕਿਤੇ ਰੱਖਿਆ ਜੇ ਫਿਰ ਗੱਲ ਨਹੀਂ ਬਣਦੀ, ਫਿਰ ਲੋਕ ਸ਼ਾਂਤ ਹੋ ਜਾਂਦੇ ਨੇ। ਸਿੱਧਾ ਬਾਦਲ ਕਹਿ ਦੇਵੇ ਜਾਂ ਕੈਪਟਨ ਕਹਿ ਦੇਵੇ ਵੀ ਹਰਪ੍ਰੀਤ ਸਿੰਘ ਮਖੂ ਦੇ ਪ੍ਰੋਗਰਾਮ ਬੰਦ ਕਰੋ, ਸੰਗਤ ਨੇ ਜਿਆਦੇ ਕਰਵਾਉਣੇ ਆ, ਬੋਲੋ ਉਹਨਾਂ ਕਹਣਾ ਇਹ ਕੌਣ ਹੁੰਦੇ ਆ। ਪਰ ਜੋ ਕਿਸੇ ਜਥੇਦਾਰ ਦੇ ਥਰੂ ਬੈਨ ਲਵਾ ਦੇ, ਫਿਰ ਤੁਸੀਂ ਸਾਰਿਆਂ ਨੇ ਪਤਾ ਕੀ ਕਹਿਣਾ, ਗੱਲ ਤੇ ਕੋਈ ਖਰੀ ਹੋਣੀ ਹੈ, ਜਿਹੜਾ ਜਥੇਦਾਰ ਨੇ ਬਿਆਨ ਦਿੱਤਾ। ਬੋਲੋ ਵੀ ਹੋ ਗਿਆ ਨਾ ਕੰਮ। ਇਹ ਇਸ ਕਰਕੇ ਇਹ ਚੀਜ਼ ਵਰਤੀ ਜਾਂਦੀ ਹੈ ਔਰ ਸਦਾ ਨਿੱਜੀ ਸਵਾਰਥਾਂ ਵਾਸਤੇ ਵਰਤੀ ਜਾਂਦੀ ਹੈ। ਅੱਜ ਕਾਜੀ ਨੂੰ ਕਹਿ ਦਿੱਤਾ, ਕਹਿਣਗੇ ਫਰਮਾਨ ਤੇ ਜਾਰੀ ਕਰ ਦਿਓ ਬਾਗੀ ਵਾਸਤੇ। ਉਹਨੇ ਫਰਮਾਨ ਜਾਰੀ ਕੀਤਾ। ਫਰਮਾਨ ਕੀ ਜਾਰੀ ਕੀਤਾ? ਕਹਿਣ ਲੱਗਾ ਜੀ ਇਹਨਾਂ ਦੇ ਬੰਦ ਕੱਟ ਦਿੱਤੇ ਜਾਣ। ਬੰਦ ਭੈਣੋ ਕਿਹਨੂੰ ਕਹਿੰਦੇ ਆ? ਇੱਕ ਉਂਗਲ ਦੇ 3 ਟੋਟੇ। ਕਿੰਨੇ? ਇੱਕ ਉਂਗਲ ਦੇ 3 ਟੋਟੇ। ਗੁੱਟ ਨਹੀਂ ਲਾਉਣਾ, ਗੁੱਟ ਲੈ ਗਿਆ ਤੇ ਫਿਰ ਉਹ ਨਿਯਮ ਖਤਮ ਹੋ ਜਾਵੇਗਾ। ਇੱਕ ਉਂਗਲ ਦੇ 3 ਟੋਟੇ ਕਰਨੇ ਆ, ਕਰ ਦਿਓ। ਭਾਈ ਮਨੀ ਸਿੰਘ ਕਹਿੰਦੇ ਇਹ ਸੰਗਤ ਦੇ ਪੈਸੇ ਦੀ ਬਰਬਾਦੀ ਵੀ ਨਹੀਂ ਕਰਾਂਗਾ ਤੇ ਸਿਧਾਂਤਕ ਤੌਰ ਤੇ ਇੰਨਾ ਕੁ ਦ੍ਰਿੜਾ ਕੁਰਬਾਨੀ ਦੇਣ ਤੋਂ ਮੈਂ ਪਿੱਛੇ ਵੀ ਨਹੀਂ ਹਟਾਂਗਾ। ਅਸਲ ਵਿੱਚ ਸ਼ਹੀਦੀ ਕੀ ਹੁੰਦੀ ਹੈ ਪਤਾ ਹੈ? ਸ਼ਹੀਦੀ ਦੇ ਅਰਥ ਹੁੰਦੇ ਨੇ ਗਵਾਹੀ। ਕੀ ਹੁੰਦੇ ਆ? ਗਵਾਹੀ। ਕਿਸ ਚੀਜ਼ ਦੀ ਗਵਾਹੀ? ਮੌਤ ਆਉਣ ਤੋਂ ਪਹਿਲਾਂ ਉਹਦੇ ਸਿਦਕ ਦੀ ਗਵਾਹੀ, ਮੌਤ ਆਉਣ ਤੋਂ ਪਹਿਲਾਂ ਉਹਦੇ ਹੌਸਲੇ ਦੀ ਗਵਾਹੀ। ਉਹਨੂੰ ਕਿਹਾ ਜਾਂਦਾ ਸ਼ਹੀਦੀ, ਸ਼ਹਾਦਤ। ਠੀਕ ਹੈ, ਕਰੋ। ਕਹਿੰਦੇ ਠੀਕ ਹੈ, ਫਿਰ ਕੱਟੋ ਬੰਦ। ਜਲਾਦ ਨੇ ਫੜਿਆ ਗੁੱਟ ਫੜ ਕੇ ਜਦੋਂ ਇੱਕਦਮ ਚਲਾਇਆ ਟੋਕਾ, ਭਾਈ ਮਨੀ ਸਿੰਘ ਨੇ ਦੂਜੇ ਹੱਥ ਨਾਲ ਹੱਥ ਫੜ ਲਿਆ,
ਜਲਾਦ ਕਹਿੰਦਾ ਦਇਆ ਜਲਾਦਾਂ ਵਿੱਚ ਨਹੀਂ ਹੁੰਦੀ, ਜਿਹੜਾ ਹੁੰਦਾ ਜਲਾਦ ਹੈ ਉਹਦੇ ਵਿੱਚ ਦਇਆ ਨਹੀਂ ਹੁੰਦੀ। ਵੈਸੇ ਕੌਮ ਦਾ ਤੇ ਜਲਾਦਾਂ ਨਾਲ ਵੀ ਵਾਹ ਪੈ ਚੁੱਕਾ। ਬੋਲੋ ਬਈ, ਕੌਮ ਦਾ ਜਲਾਦਾਂ ਨਾਲ ਵਾਹ ਪਿਆ, ਜਿਨ੍ਹਾਂ ਨੇ ਸਾਡੇ ਸਿੱਖਾਂ ਨੂੰ ਪੁੱਠੇ ਕਰਕੇ ਟੰਗਿਆ। ਬੋਲੋ, ਟੰਗਿਆ। ਔਰ ਇਹੀ ਪੋਲੀਟੀਕਲ ਲੀਡਰ ਉਦੋਂ ਸੱਤਾ ਦੇ ਵਿੱਚ ਸਨ। ਵੱਖਰੀ ਗੱਲ ਹੈ, ਤੁਸੀਂ ਫਿਰ ਭੁੱਲ ਜਾਂਦੇ ਹੋ, ਅੱਜ ਸਾਰਿਆਂ ਨੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਖਬਾਰਾਂ ਦੇ ਵਿੱਚ। ਇਹਨਾਂ ਨੂੰ ਪੁੱਛੋ, ਅਸੀਂ ਉਦੋਂ ਬੰਦੀ ਛੋੜ ਦਿਵਸ ਦੀ ਵਧਾਈ ਦੇਾਂਗੇ ਜਿੱਦਣ ਸਾਡੇ ਸਾਰੇ ਬੰਦੀ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਵਾ ਦਿਓਗੇ। ਬੰਦੀ ਤਾਂ ਸਾਡੇ ਜੇਲ੍ਹਾਂ ਦੇ ਵਿੱਚ ਨੇ, ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਅੰਦਰ ਡੱਕੇ ਪਏ ਨੇ। ਮੈਂ ਕਿਵੇਂ ਤੁਹਾਨੂੰ ਕਹਾਂ ਵੀ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਕਿ ਸਾਡੇ ਬੰਦੀ ਜੇਲ੍ਹਾਂ ਦੇ ਵਿੱਚ ਨਹੀਂ? ਬੋਲੋ। ਦੁੱਖ ਇਸ ਚੀਜ਼ ਦਾ ਮਾਰਦਾ ਹੈ, ਸਾਡੀ ਕੌਮ ਦਾ ਬੌਧਿਕ ਪੱਧਰ ਬਹੁਤ ਨੀਵਾਂ ਕਰ ਦਿੱਤਾ ਗਿਆ। ਪਿੱਛੇ ਜੇ ਰਵੀਸ਼ ਕੁਮਾਰ ਅੱਛਾ ਬੁਲਾਰਾ, ਠੀਕ ਹੈ, ਉਹਦੀਆਂ ਕੁਝ ਗੱਲਾਂ ਨਾਲ ਸਹਿਮਤੀ ਨਹੀਂ ਹੁੰਦੀ ਮੇਰੀ, ਪਰ ਬਹੁਤੀਆਂ ਗੱਲਾਂ ਨਾਲ ਸਹਿਮਤੀ ਹੈ। 84 ਬਾਰੇ ਉਹ ਆਪਣੇ ਤਰੀਕੇ ਨਾਲ ਦੇਖਦਾ, ਮੈਂ ਆਪਣੇ ਤਰੀਕੇ ਨਾਲ ਐਜ਼ ਏ ਸਿੱਖ ਦੇਖਦਾ ਮਾਂ। ਜਦੋਂ ਪੰਜਾਬ ਆਇਆ ਉਹਨੇ ਨੌਜਵਾਨਾਂ ਨਾਲ ਕੁਝ ਗੱਲਾਂ ਕੀਤੀਆਂ। ਗੱਲਾਂ ਕਰਨ ਤੋਂ ਬਾਅਦ ਉਹਨੇ ਇੱਕ ਗੱਲ ਕਹੀ, ਕਹਿੰਦਾ ਮੈਂ ਤੇ ਕਿਹਾ ਪੰਜਾਬ ਦਾ ਪਾਣੀ ਲੁੱਟਿਆ ਗਿਆ, ਪਰ ਕਹਿੰਦਾ ਨਹੀਂ, ਪੰਜਾਬ ਦਾ ਬੌਧਿਕ ਪੱਧਰ ਵੀ ਖਤਮ ਕੀਤਾ ਗਿਆ। ਸਾਡਾ ਬੌਧਿਕ ਪੱਧਰ ਧਾਰਮਿਕ ਤੌਰ ਤੇ, ਪੋਲੀਟੀਕਲ ਤੌਰ ਦੇ ਉੱਪਰ, ਸਮਾਜਿਕ ਤੌਰ ਦੇ ਉੱਪਰ ਸਾਡਾ ਬੌਧਿਕ ਪੱਧਰ ਵੀ ਡਿੱਗਿਆ ਗਿਆ। ਜਦੋਂ ਬੌਧਿਕ ਪੱਧਰ ਡਿੱਗਿਆ ਜਾਂਦਾ ਹੈ, ਚੇਤੇ ਰੱਖਿਆ ਜੇ ਫਿਰ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ, ਪੰਜਾਬ ਕੱਟ ਕੇ ਆਹ ਕਰ ਦਿੱਤਾ ਜਾਵੇ, ਆਹ ਕੱਟ ਕੇ ਆਹ ਹੋ ਜਾਵੇ, ਆਹ ਬਿੱਲ ਧੱਕੇ ਨਾਲ ਥੋਪ ਦਿੱਤੇ ਜਾਣ, ਉਦੋਂ ਇਹ ਗੱਲਾਂ ਆ ਜਾਂਦੀਆਂ ਨੇ। ਹੁਣ ਸੁਣਿਆ ਜੀ, ਛੋਟੀ ਜੀ ਗੱਲ ਕਹਿ ਕੇ ਸਮਾਪਤੀ ਕਰਾਂ। ਜਲਾਦ ਨੇ ਜਿਸ ਵੇਲੇ ਗੁੱਟ ਲਾਉਣ ਲੱਗਾ, ਮਨੀ ਸਿੰਘ ਨੇ ਦੂਜੇ ਹੱਥ ਨਾਲ ਉਹਦਾ ਗੁੱਟ ਫੜ ਲਿਆ। ਜਲਾਦ ਕਹਿੰਦਾ ਨਹੀਂ, ਦਇਆ ਨਹੀਂ ਆਉਣੀ ਮੈਨੂੰ, ਭਾਵੇਂ ਗਿੜਗੜਾ। ਜਲਾਦ ਯਾਰ, ਜੇ ਦਇਆ ਅੰਦਰ ਕਿਤੇ ਕਿਣਕਾ ਮਾਤਰ ਰਹਿ ਗਈ ਤੇ ਮੈਂ ਜਲਾਦ ਕਾਹਦਾ ਹੋਇਆ? ਮਨੀ ਸਿੰਘ ਕਹਿੰਦੇ ਨਹੀਂ, ਮੈਂ ਤੇਰੇ ਅੱਗੇ ਰਹਿਮ ਦੀ ਅਪੀਲ ਨਹੀਂ ਪਾ ਰਿਹਾ, ਨਹੀਂ ਪਾ ਰਿਹਾ। ਮੈਂ ਤੇ ਤੈਨੂੰ ਇਹ ਦੱਸਣ ਲੱਗਾ ਵਾਂ ਵੀ ਤੈਨੂੰ ਤੇਰੇ ਮਾਲਕ ਦਾ ਹੁਕਮ ਹੈ, ਇਹਦੇ ਬੰਦ ਕੱਟ। ਕੀ ਕੱਟ? ਬੋਲੋ ਨਾ, ਬੰਦ ਕੱਟ। ਤੇ ਕਹਿੰਦਾ ਬੰਦ ਤੇ ਫਿਰ ਇੱਕ ਉਂਗਲ ਦੇ 3 ਟੋਟੇ ਹੋਣੇ, ਤੂੰ ਕਿਵੇਂ ਗੁੱਟ ਲਈ ਜਾਣਾ? ਸ਼ਾਇਦ ਜਲਾਦਾਂ ਦੇ ਵਿੱਚ ਰਹਿਮ ਨਹੀਂ ਹੁੰਦਾ, ਪਰ ਮੇਰਾ ਮੰਨਣਾ ਇਹ ਹੈ ਜਲਾਦ ਨੇ ਸੋਚਿਆ ਜ਼ਰੂਰ ਹੋਵੇਗਾ, ਇੱਕ ਪਲ ਦੇ ਲਈ ਵਿਚਾਰਿਆ ਜ਼ਰੂਰ ਹੋਵੇਗਾ ਵੀ ਇਹ ਕਿਹੋ ਜਿਹੇ ਬੰਦੇ ਨੇ ਯਾਰ, ਮੈਂ ਗੁੱਟ ਲਾ ਰਿਹਾ ਵਾਂ। ਉਹ ਕਹਿੰਦਾ ਗੁੱਟ ਨਹੀਂ ਲਾਉਣਾ, ਇੱਕ ਉਂਗਲ ਦੇ 3 ਟੋਟੇ ਕਰਨੇ ਆ। ਕਹਿੰਦਾ ਗਜ਼ਬ ਦੀ ਗੱਲ ਹੈ, ਆਹ ਕੀ ਹੋ ਗਿਆ? ਇੰਨੀ ਗੱਲ ਆਖਣ ਦੀ ਦੇਰ ਸੀ, ਇੱਕ ਵਿਦਵਾਨ ਨੇ ਬੜਾ ਪਿਆਰਾ ਲਿਖਿਆ, ਕਹਿੰਦਾ ਕਰਤੱਵ ਦਾ ਚੇਤਾ ਚਿੱਤ ਵਿੱਚ ਧਰ, ਇੱਕ ਉਂਗਲ ਦੇ 3 ਟੋਟੇ ਕਰ। ਭਾਈ ਮਨੀ ਸਿੰਘ ਕਹਿੰਦੇ ਨੇ, ਕਹਿੰਦੇ ਕਰਤੱਵ ਦਾ ਚੇਤਾ ਚਿੱਤ ਵਿੱਚ ਧਰ, ਇੱਕ ਉਂਗਲ ਦੇ 3 ਟੋਟੇ ਕਰ। ਜੋ ਹੋਣਾ ਹੈ ਨਾ ਮੁੜਨਾ ਹੈ, ਤੂੰ ਕੱਟਣਾ ਹੈ ਮੈਂ ਜੁੜਨਾ ਹੈ। ਕਹਿੰਦਾ ਜਿਵੇਂ ਜਿਵੇਂ ਤੂੰ ਮੈਨੂੰ ਕੱਟੇਗਾ ਨਾ, ਤਿਵੇਂ ਤਿਵੇਂ ਮੈਂ ਜੁੜਦਾ ਜਾਵਾਂਗਾ। ਕਰਤੱਵ ਦਾ ਚੇਤਾ ਚਿੱਤ ਵਿੱਚ ਧਰ, ਇੱਕ ਉਂਗਲ ਦੇ 3 ਟੋਟੇ ਕਰ। ਜੋ ਹੋਣਾ ਹੈ ਨਾ ਮੁੜਨਾ ਹੈ, ਤੂੰ ਕੱਟਣਾ ਹੈ ਮੈਂ ਜੁੜਨਾ ਹੈ। ਦੁਨੀਆ ਲਈ ਚਾਹੇ ਜਲਾ ਦੇ ਤੂੰ, ਮੇਰੇ ਲਈ ਤੇ ਰੱਬ ਦੀ ਯਾਦ ਹੈ ਤੂੰ। ਕਹਿੰਦਾ ਦੁਨੀਆ ਲਈ ਤੂੰ ਜਲਾਦ ਹੈ, ਪਰ ਮੇਰੇ ਲਈ ਤੇ ਰੱਬ ਦੀ ਯਾਦ ਬਣ ਕੇ ਆਇਆ। ਅੱਜ ਸਿਧਾਂਤਾਂ ਤੇ ਪਹਿਰਾ ਦਿੰਦਾ ਹੋਇਆ ਮਨੀ ਸਿੰਘ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦੇਵੇਗਾ। ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਮਨੀ ਸਿੰਘ ਨੇ ਆਪਣੀ ਜ਼ਿੰਦਗੀ ਲੇਖੇ ਵਿੱਚ ਲਾ ਦਿੱਤੀ। ਤੇ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਮੁੱਢ ਕਿੱਥੋਂ ਵੱਜਾ ਸੀ? ਦੀਵਾਲੀ ਤੋਂ। ਕਿੱਥੋਂ ਵੱਜਾ ਸੀ? ਦੀਵਾਲੀ ਤੋਂ। ਤੇ ਤੁਹਾਨੂੰ ਪਟਾਕੇ ਚਲਾਉਂਦਿਆਂ ਜੇ ਇੱਕ ਪਲ ਦੇ ਲਈ ਵੀ ਚੇਤਾ ਆਇਆ ਹੋਵੇ, ਇਹ ਉਹ ਦੀਵਾਲੀ ਹੈ ਜਿੱਥੋਂ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਮੁੱਢ ਵੱਜਾ। ਦੀਵਾਲੀ ਦੇ ਮੇਲੇ ਦੀ ਗੱਲ ਚੱਲੀ, ਹਕੂਮਤ ਨਾਲ 5000 ਰੁਪਏ ਦੀ ਗੱਲ ਹੋਈ, ਮੇਲਾ ਲੱਗਾ ਨਹੀਂ, ਗੋਲਕ ਦੇ ਵਿੱਚ ਆਇਆ ਨਹੀਂ। ਉਸ ਕਰਕੇ ਰਿਜ਼ਲਟ ਇਹ ਨਿਕਲਿਆ ਕਿ ਭਾਈ ਮਨੀ ਸਿੰਘ ਜੀ ਨੂੰ ਆਪਣਾ ਬਲੀਦਾਨ ਦੇਣਾ ਪੈ ਗਿਆ। ਰੋਜ਼ ਅਰਦਾਸ ਦੇ ਵਿੱਚ ਚੇਤੇ ਕਰਦੇ ਆ, ਸਵੇਰੇ ਸ਼ਾਮ ਦੀ ਅਰਦਾਸ ਦੇ ਵਿੱਚ ਕਹਿੰਦੇ ਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ। ਬੰਦ ਕਟਾਉਣ ਵਾਲਾ ਭਾਈ ਮਨੀ ਸਿੰਘ ਦੀਵਾਲੀ ਵਾਲੀ ਰਾਤ ਕਿਉਂ ਭੁੱਲਦਾ? ਮੈਨੂੰ ਇਹ ਦੱਸੋ। ਅੱਜ ਅੱਗੇ ਪਿੱਛੇ ਤੁਹਾਨੂੰ ਚੇਤੇ ਆ ਦੀਵਾਲੀ ਵਾਲੀ ਰਾਤ ਕਿਉਂ ਭੁੱਲ ਗਿਆ? ਕਿਸਾਨ ਸੜਕਾਂ ਤੇ ਬੈਠੇ ਨੇ। ਬੋਲੋ, ਤੁਸੀਂ ਸੱਚ ਬੋਲਿਆ ਜੇ, ਸਾਡਾ ਦਿਵਾਲਾ ਜਿਹਾ ਕੱਢ ਦਿੱਤਾ ਕਿ ਨਹੀਂ? ਇੱਕ ਵਾਰੀ ਹੈਨਾ ਹੋਇਆ। ਮੈਂਟਲੀ ਪ੍ਰਪੇਅਰ ਹੋ ਜਾਓ, ਮੰਨ ਕੇ ਚੱਲੋ ਵੀ ਇਹੋ ਜਿਹਾ ਇੱਕ ਬਿੱਲ ਨਹੀਂ, ਅਗਾਂਹ ਵੀ ਚੈਲੰਜ ਆਉਂਦੇ ਰਹਿਣਗੇ। ਇਹ ਚੈਲੰਜ ਇੱਕ ਹੈ, ਅਗਾਂਹ ਵੀ ਆਉਣਗੇ।
ਮੈਂਟਲੀ ਪ੍ਰਪੇਅਰ ਹੋ ਜਾਓ, ਆਪਣਾ ਦ੍ਰਿਸ਼ਟੀਕੋਣ ਬੜਾ ਉੱਚਾ ਕਰ ਲਵੋ, ਹਰ ਗੱਲ ਨੂੰ ਵਿਚਾਰੋ, ਸੋਚੋ, ਆਪ ਪੜੋ ਔਰ ਪੜ ਕੇ ਰਿਜ਼ਲਟ ਕੱਢੋ ਵੀ ਹੋਵੇਗਾ ਕੀ। ਮੈਂ ਇੱਕ ਛੋਟਾ ਜਿਹਾ ਰਿਜ਼ਲਟ ਦੇ ਕੇ ਸਮਾਪਤੀ ਲੱਗਾ ਮੈਂ ਕਰਨ। ਰਿਜ਼ਲਟ ਕੀ ਹੋਵੇਗਾ? 3 ਕਾਨੂੰਨ ਆ ਗਏ। ਉਹਦੇ ਵਿੱਚ ਇੱਕ ਗੱਲ ਚੱਲੀ, ਕੰਟਰੈਕਟ ਬੇਸਿਸ ਦੇ ਉੱਪਰ ਖੇਤੀ। ਕੀ ਹੋ ਗਿਆ? ਕੰਟਰੈਕਟ ਬੇਸਿਸ ਦੇ ਉੱਪਰ ਖੇਤੀ। ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੇ ਦਿੰਦਾ। ਮੈਂ ਕੰਟਰੈਕਟ ਹੋ ਗਿਆ ਤੁਹਾਡਾ ਕਿਸੇ ਕਿਸਾਨ ਦੇ ਨਾਲ, ਕਿਸੇ ਕਿਸਾਨ ਦੇ ਨਾਲ ਤੁਹਾਡਾ ਕੰਟਰੈਕਟ ਹੋ ਗਿਆ। ਤੁਸੀਂ ਕਹਿ ਦਿੱਤਾ ਵੀ ਤੇਰੇ 8 ਏਕੜ ਦੇ ਨਾਲ 2 ਏਕੜ ਮੇਰੇ ਹੈ, ਮੈਂ ਤੈਨੂੰ ਠੇਕੇ ਤੇ ਦਿੱਤੇ। ਉਹ ਤੁਹਾਡਾ 6 ਮਹੀਨੇ ਦਾ ਇੱਕ ਕੰਟਰੈਕਟ ਹੋ ਗਿਆ ਜਾਂ 1 ਸਾਲ ਦਾ ਹੋ ਗਿਆ। ਆਪਾਂ ਲਿਖਾਇਆ ਵੀ ਨਹੀਂ। ਬੋਲੋ, ਲਿਖਾਇਆ? ਕਈ ਵਾਰੀ ਜ਼ਬਾਨੀ ਹੋ ਜਾਂਦਾ ਨਾ, ਮੈਂ ਫਲਾਣੇ ਨੂੰ ਜ਼ਮੀਨ ਠੇਕੇ ਤੇ ਦਿੱਤੀ, ਲਿਖਾਇਆ ਨਹੀਂ। ਤੇ ਜੇ ਉਹ ਬੰਦਾ ਤੁਹਾਡੀ ਜ਼ਮੀਨ ਦੇ ਉੱਪਰ ਬੈਂਕ ਦੇ ਵਿੱਚ ਲੋਨ ਲੈਣ ਦੇ ਲਈ ਜਾਵੇ, ਜੇ ਲੋਨ ਲੈਣ ਦੇ ਲਈ ਬੈਂਕ ਦੇ ਵਿੱਚ ਜਾਵੇ, ਕਿ ਉਹ ਬੰਦਾ ਜਿਹਨੇ ਤੁਹਾਡੀ ਜ਼ਮੀਨ ਠੇਕੇ ਤੇ ਲਈ ਆ, ਕੀ ਲੋਨ ਲੈ ਸਕਦਾ? ਬੋਲੋ, ਨਹੀਂ, ਨਹੀਂ ਲੈ ਸਕਦਾ। ਉਹ ਕਹਿੰਦੇ ਜ਼ਮੀਨ ਕਿਹਦੇ ਨਾਂ ਹੈ, ਰਜਿਸਟਰੀ ਕਿਹਦੇ ਨਾਂ ਹੈ, ਗਰਦੌਰੀਆਂ ਕਿਹਦੇ ਨਾਂ ਹੈ, ਜਮਾਬੰਦੀ ਸਾਰਾ ਕੁਝ ਪੁੱਛਿਆ ਜਾਂਦਾ। ਮੈਂ ਕਹਿੰਦਾ ਜੀ ਮੈਂ ਤੇ ਠੇਕੇ ਤੇ ਲਈ ਹੈ। ਕਹਿੰਦਾ ਫਿਰ ਤੂੰ ਲੋਨ ਕਿਵੇਂ ਲੈ ਸਕਦਾ? ਫਿਰ ਮੈਂ ਕਹਿ ਦਿੰਦਾ ਵੀ ਜੇ ਜ਼ਮੀਨ ਤੇ ਨਹੀਂ ਦੇਣਾ ਤੇ ਜਿਹੜਾ ਉਸ ਜ਼ਮੀਨ ਵਿੱਚੋਂ ਉਪਜ ਹੈ ਉਹਦੇ ਤੇ ਮੈਨੂੰ ਦੇ ਦਿਓ। ਉਹ ਕਹਿੰਦੇ ਜਿਹੜੀ ਉਪਜ ਆਈ ਨਹੀਂ ਤੈਨੂੰ ਲੋਨ ਕਿਵੇਂ ਦੇ ਦਈਏ? ਬੋਲੋ, ਹੁਣ ਸੁਣਿਆ ਜੇ ਇੱਕ ਵਾਰੀ। ਹੁਣ ਜੇ ਇੱਥੇ ਕੰਟਰੈਕਟ ਬੇਸਿਸ ਦੇ ਉੱਪਰ ਸਾਡੀ ਜ਼ਮੀਨ ਜਾਵੇਗੀ ਤੇ ਸਾਡੀ ਜ਼ਮੀਨ ਦੇ ਉੱਪਰ ਲੋਨ ਕੰਟਰੈਕਟਰ ਕਰਵਾ ਸਕਦਾ ਹੈ, ਤੇ ਅੱਜ ਵਿਚਾਰ ਕਰਨੀ ਪਏਗੀ ਵੀ ਇਹ ਕਿਹੜਾ ਸਿਸਟਮ ਹੈ ਜੋ ਸਾਨੂੰ ਨਹੀਂ ਸੀ ਮਿਲਿਆ, ਇੱਕ ਕੰਟਰੈਕਟਰ ਨੂੰ ਮਿਲ ਗਿਆ। ਔਰ ਦੂਜੇ ਨੰਬਰ ਦੇ ਉੱਪਰ ਆਓ, ਜੇ ਉਪਜ ਦੇ ਉੱਪਰ ਮਿਲਿਆ ਕਿ ਉਹ ਜਿਹੜਾ ਕੰਟਰੈਕਟਰ ਨੂੰ ਉਪਜ ਦੇ ਉੱਪਰ ਤੁਸੀਂ ਇਹ ਚੀਜ਼ ਦੇ ਦਿੱਤੀ, ਸਾਨੂੰ ਇਹ ਦੱਸੋ ਵੀ ਉਹ ਕਿਸਾਨ ਭਰਾਵਾਂ ਨੂੰ ਕਿਉਂ ਨਹੀਂ ਦਿੱਤੀ? ਵਿਚਾਰਾਂ ਕਰਿਆ ਜੀ ਕਦੀ ਵੀ। ਸੋ ਇਸ ਕਰਕੇ ਮੈਂ ਇੰਨੀ ਗੱਲ ਕਹਾਂਗਾ ਕਿ ਇਹਨਾਂ ਕੋ ਵਿਚਾਰ ਆਪਣਾ ਦਿਮਾਗ ਰੱਖੋ ਵੀ ਕੋਈ ਵੀ ਨਿਯਮ ਕਾਨੂੰਨ ਆਉਂਦਾ ਨਾ, ਉਹਨੂੰ ਥੋੜਾ ਜਿਹਾ ਰੀਡ ਕਰੀਏ ਸਿਆਣਿਆਂ ਦੇ ਨਾਲ। ਔਰ ਕੱਲਾ ਇਹ ਨਹੀਂ ਵੀ ਜਿਹੜੇ ਸਾਰੇ ਵਿਰੋਧੀ ਨੇ ਉਹਨਾਂ ਦੇ ਨਾਲ ਹੀ ਬਹਿਣਾ। ਕਈ ਵਾਰੀ ਐਸਾ ਵੀ ਹੋ ਜਾਂਦਾ ਵੀ ਜਿਹੜੇ ਹੱਕ ਵਿੱਚ ਨੇ ਨਾ, ਉਹਨਾਂ ਨਾਲ ਵੀ ਇੱਕ ਵਾਰੀ ਬਹੋ। ਹੁਣ ਤੁਹਾਡੇ ਮਨ 'ਚ ਖਿਆਲ ਆਵੇਗਾ ਵੀ ਅਸੀਂ ਤੇ ਵਿਰੋਧ ਵਿੱਚ ਆ ਤੇ ਮਖੂ ਕੀ ਕਹੀ ਜਾਂਦਾ। ਮੈਂ ਹੱਕ ਦੇ ਵਿੱਚ ਨਹੀਂ ਆ, ਪਰ ਘੱਟੋ ਘੱਟ ਵਿਰੋਧੀ ਵਿਚਾਰਾਂ ਵਾਲੇ ਨੂੰ ਵੀ ਸੁਣੋ ਵੀ ਉਹ ਕਿਸ ਬੇਸ ਦੇ ਉੱਪਰ ਇਹ ਗੱਲ ਕਹਿ ਰਿਹਾ। ਕਿਉਂਕਿ ਮੇਰੇ ਨਾਲ 1-2 ਵੀਰ ਬੈਠੇ, ਮੈਨੂੰ ਕਹਿੰਦੇ ਭਾਈ ਸਾਹਿਬ ਐਵੇਂ ਕਿਸਾਨ ਭਰਾਵਾਂ ਨੂੰ ਗੁੰਮਰਾਹ ਕੀਤਾ ਲੋਕਾਂ ਨੇ। ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਵਿਚਾਰੇ ਭੋਲੇ ਸੀ, ਅਨਪੜ੍ਹ ਸੀ, ਗੁੰਮਰਾਹ ਕਰ ਦਿੱਤਾ। ਮੈਂ ਕਿਹਾ ਪਹਿਲੀ ਗੱਲ ਤੇ ਇਹ ਹੈ ਵੀ ਇਸ ਸਮੇਂ ਮੈਂ ਕੋਈ ਸ਼ਬਦ ਐਸਾ ਨਹੀਂ ਬੋਲਣਾ ਚਾਹੁੰਦਾ, ਕਿਉਂਕਿ ਕੇਂਦਰ ਤੇ ਪੰਜਾਬ ਦੀ ਟਕਰਾਓ ਵਾਲੀ ਸਥਿਤੀ ਬਣੀ ਹੋਈ ਹੈ। ਬੋਲੋ, ਬਣੀ ਕਿ ਨਹੀਂ ਬਣੀ? ਉਹਦਾ ਨੁਕਸਾਨ ਮੇਰੇ ਪੰਜਾਬ ਨੂੰ ਹੋਣਾ ਹੈ, ਕਿਤੇ ਰੱਖਿਆ ਜੀ। ਆਰਥਿਕ ਤੌਰ ਤੇ ਨੁਕਸਾਨ ਸਾਡਾ ਹੋਣਾ ਹੈ। ਪਰ ਮੈਂ ਇਹ ਵੀ ਨਹੀਂ ਕਿਸਾਨ ਭਰਾਵਾਂ ਨੂੰ ਕਹਿੰਦਾ ਵੀ ਪੈਰ ਪਿੱਛੇ ਪੁੱਟੋ। ਕਿਉਂ? ਹੱਕਾਂ ਦੀ ਲੜਾਈ ਲੜਨੀ ਵੀ ਪੈਣੀ ਹੈ। ਜਦੋਂ ਹੱਕਾਂ ਦੀ ਲੜਾਈ ਲੜਨੀ ਹੈ ਨਾ, ਉਦੋਂ ਫਿਰ ਨਫੇ ਨੁਕਸਾਨ ਕਈ ਵਾਰੀ ਵਿਚਾਰੇ ਨਹੀਂ ਜਾਂਦੇ, ਪਰ ਆਪਣਾ ਵਿਵੇਕ ਜ਼ਰੂਰ ਵਰਤਣਾ ਹੈ ਵੀ ਸਾਡੇ ਸਮਾਜ ਦਾ, ਸਾਡੀ ਕੌਮ ਦਾ ਘੱਟੋ ਘੱਟ ਨੁਕਸਾਨ ਹੋ ਕੇ ਅਸੀਂ ਵਧੀਆ ਰਿਜ਼ਲਟ ਤੇ ਨਤੀਜੇ ਆਪਣੇ ਸਮਾਜ ਨੂੰ, ਆਪਣੇ ਪੰਜਾਬ ਨੂੰ ਲੈ ਕੇ ਦੇ ਸਕੀਏ, ਇੰਨੀ ਜ਼ਰੂਰ ਵਿਚਾਰ ਕਰਿਆ ਜੇ। ਹੁਣ ਜਦੋਂ ਮੈਂ ਵਿਰੋਧੀ ਵਿਚਾਰਾਂ ਵਾਲਿਆਂ ਦੇ ਨਾਲ ਬੈਠਦਾ ਵਾਂ, ਕਹਿੰਦੇ ਭਾਈ ਸਾਹਿਬ ਭੋਲੇ ਕਿਸਾਨ ਨੂੰ ਗੁੰਮਰਾਹ ਕਰਤਾ। ਮੈਂ ਕਿਹਾ ਅੱਛਾ ਫੇਰ? ਕਹਿੰਦਾ ਐਵੇਂ ਆਖੀ ਜਾਂਦੇ ਵਿਚਾਰੇ, ਸਾਡੀਆਂ ਜ਼ਮੀਨਾਂ ਖੁੱਸ ਜਾਣੀਆਂ। ਕਹਿੰਦਾ ਕਿਤੇ ਨਹੀਂ ਜ਼ਮੀਨਾਂ ਗਈਆਂ। ਮੈਂ ਕਿਹਾ ਮੰਨ ਲਿਆ ਜੀ। ਸੁਣਿਆ ਜੀ ਹੁਣ ਧਿਆਨ ਨਾਲ, ਜ਼ਮੀਨ ਮੇਰੀ ਹੈ, ਲੋਨ ਕੰਟਰੈਕਟਰ ਨੇ ਲੈ ਲਿਆ, ਜਿਹੜਾ ਕੰਟਰੈਕਟ ਬੇਸਿਸ ਦੇ ਉੱਪਰ ਜ਼ਮੀਨ ਲਈ ਹੈ। ਹੁਣ ਜਿੰਨੀ ਦੇਰ ਤੱਕ ਲੋਨ ਕਲੀਅਰ ਨਹੀਂ ਹੋ ਸਕਦਾ ਕਿ ਬੈਂਕ ਮੇਰੀ ਜ਼ਮੀਨ ਛੱਡੇਗਾ? ਬੋਲੋ, ਛੱਡੂ? ਨੰਬਰ ਵੇਲੇ ਹੋਣਗੇ? ਨਹੀਂ। ਫਿਰ ਇਹ ਨਿਯਮ ਤੇ ਸਾਨੂੰ ਦੱਸੋ ਨਾ ਵੀ ਕਿਹੜੇ ਨਿਯਮ ਦੇ ਤਹਿਤ ਤੁਸੀਂ ਇਹ ਸਾਰਾ ਕੁਝ ਕਰ ਜਾਂਦੇ ਹੋ। ਗੱਲਾਂ ਬੜੀਆਂ ਨੇ ਵਿਚਾਰਨ ਵਾਲੀਆਂ, ਪਰ ਅੱਜ ਵਕਤ ਨਹੀਂ ਹੈ। ਔਰ ਮੈਂ ਚਾਹਾਂਗਾ ਕਿ ਸਾਡੇ ਕੋਲ ਬੁਲਾਰੇ ਬਹੁਤ ਵੱਡੇ ਵੱਡੇ ਆਏ ਨੇ। ਮੇਰਾ ਵੀਰ ਭਾਈ ਬਰਜਿੰਦਰ ਸਿੰਘ ਪਰਵਾਨਾ, ਮੇਰਾ ਵੀਰ ਜਥੇਦਾਰ ਤਰਨਜੀਤ ਸਿੰਘ ਜੀ ਨਿਮਾਣਾ, ਅਕਸਰ ਹੀ ਅਸੀਂ ਮੁੱਦਿਆਂ ਦੇ ਉੱਪਰ ਵਿਚਾਰਾਂ ਕਰਦੇ ਰਹਿੰਦੇ ਆ। ਇਹ ਵੀ ਆਏ ਨੇ ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਹੀ ਸਾਰਾ ਸਮਾਂ ਲੈ ਜਾਵਾਂ, ਤੇ ਉਹ ਜਿਹੜਾ ਸਮਾਂ ਹੈ ਉਹ ਇਹਨਾਂ ਵੀਰਾਂ ਦਾ ਕੱਟਿਆ ਜਾਵੇ। ਮੇਰੀ ਆਤਮਾ ਨਹੀਂ ਮੰਨਦੀ, ਇਸ ਕਰਕੇ ਮੈਂ ਬੇਨਤੀਆਂ ਕਰਾਂਗਾ ਵੀ ਮੈਂ ਇੱਥੇ ਸਮਾਪਤੀ ਕਰਾਂ। ਪਰ ਆ ਵੀਰ ਨੂੰ ਸਮਝਾਓ ਮਾੜਾ ਜਿਹਾ। ਪਰ ਇੰਨੀ ਇੱਕ ਛੋਟੀ ਜਿਹੀ ਬੇਨਤੀ ਕਰਦੇ ਆ ਵੀ ਕੁਝ ਚੀਜ਼ਾਂ ਸਾਨੂੰ ਵਿਚਾਰਨੀਆਂ ਪੈਣੀਆਂ ਨੇ। ਜਿਵੇਂ ਕੋਈ ਵੀਰ ਉੱਠ ਕੇ ਪਤਾ ਕੀ ਕਹਿ ਰਿਹਾ ਹੈ, ਕਹਿੰਦਾ ਕਿਸਾਨਾਂ ਦਾ
ਰੇਲ ਪਟੜੀਆਂ ਰੋਕਣਾ ਇਹ ਗੈਰ ਸੰਵਿਧਾਨਕ ਹੈ। ਮੈਂ ਕਿਹਾ ਚਲੋ ਮੰਨ ਲਿਆ, ਇਹਨਾਂ ਦਾ ਰੇਲ ਪਟੜੀਆਂ ਰੋਕਣਾ ਗੈਰ ਸੰਵਿਧਾਨਕ ਹੈ, ਤੇ ਮੈਂ ਕਿਹਾ ਕੀ ਸਰਕਾਰਾਂ ਦਾ ਧੱਕੇ ਨਾਲ ਬਿੱਲ ਪਾਸ ਕਰਕੇ ਕਿਸਾਨਾਂ ਦੇ ਸਿਰ ਤੇ ਮੜ ਦੇਣਾ ਕੀ ਇਹ ਸੰਵਿਧਾਨਕ ਹੈ? ਕੀ ਇਸ ਤੋਂ ਪਹਿਲਾਂ ਤੇ ਗੋਸ਼ਟੀਆਂ ਨਹੀਂ ਹੋਣੀਆਂ ਚਾਹੀਦੀਆਂ, ਸੈਮੀਨਾਰ ਨਹੀਂ ਹੋਣੇ ਚਾਹੀਦੇ, ਲੋਕਾਂ ਨੂੰ ਜਾਗਰੂਕਤਾ ਮੁਹਿੰਮ ਨਹੀਂ ਚਲਾਉਣੀ ਚਾਹੀਦੀ, ਪਿੰਡਾਂ ਦੇ ਵਿੱਚ ਆਪਣੇ ਅਫਸਰ ਨਹੀਂ ਭੇਜਣੇ ਚਾਹੀਦੇ? ਇੱਕਦਮ ਕਿਸਾਨਾਂ ਦੇ ਸਿਰ ਦੇ ਉੱਪਰ ਮੜ ਦਿੱਤਾ, ਕੀ ਇਹ ਸੰਵਿਧਾਨਕ ਹੈ? ਸਾਡੇ ਸਿੰਘਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ, ਕੀ ਇਹ ਸੰਵਿਧਾਨਕ ਹੈ? ਪੰਜਾਬ ਦੇ ਪਾਣੀ ਰਿਪੇਰੀਅਨ ਲਾਅ ਨੂੰ ਇੱਕ ਪਾਸੇ ਰੱਖ ਕੇ ਲੁੱਟੇ ਗਏ, ਕੀ ਇਹ ਸੰਵਿਧਾਨਕ ਹੈ? ਪੰਜਾਬ ਪਾਣੀ ਦੇਵੇ ਤੇ ਮੁਖਤ ਦੇ ਅੰਦਰ, ਪਰ ਜੇ ਬਦਲੇ ਦੇ ਅੰਦਰ ਕੋਲਾ ਮੰਗਾਵੇ ਉਹ ਮੁੱਲ ਦਾ, ਜੇ ਇਸ ਤੋਂ ਅੱਗੇ ਝਾਰਖੰਡ ਤੋਂ ਕੋਲਾ ਮੰਗਵਾਇਆ ਤੇ ਮੁੱਲ ਦਾ, ਤੇ ਜੇ ਉਸੇ ਰਾਜਸਥਾਨ ਜਿਹਨੂੰ 52 ਤੋਂ ਲੈ ਕੇ ਹੁਣ ਤੱਕ ਪਾਣੀ ਦਿੱਤਾ ਹੈ, ਜੇ ਉਹਨਾਂ ਤੋਂ ਅਸੀਂ ਪੱਥਰ ਮੰਗਵਾਈਏ, ਮਾਰਬਲ ਮੰਗਵਾਈਏ ਤੇ ਮੁੱਲ, ਮੈਨੂੰ ਦੱਸੋ ਵੀ ਕੀ ਇਹ ਸੰਵਿਧਾਨਕ ਹੈ? ਇਹ ਨਾ ਛੇੜੋ, ਦੁੱਖ ਦੀਆਂ ਰਗਾਂ ਨੇ। ਜੇ ਦੁੱਖ ਦੀਆਂ ਰਗਾਂ ਤੋਂ ਮੈਂ ਕੋਈ ਵਿਚਾਰ ਛੇੜਨ ਲੱਗ ਪਿਆ ਤੇ ਸਮਾਂ ਬੜਾ ਸੁਤੰਤਰ ਲੱਗ ਜਾਣਾ। ਇੱਥੇ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਹਾਂ। ਸਾਡੇ ਕੋਲ ਬੁਲਾਰੇ ਸਾਰੇ ਸਤਿਕਾਰਯੋਗ ਪਹੁੰਚ ਰਹੇ ਨੇ, ਔਰ ਕਰੀਬ ਆਪਣੇ ਕੋਲੇ 3 ਵਜੇ ਬੜੇ ਪਿਆਰੇ ਵੀਰ ਦੀਪ ਸਿੱਧੂ ਉਹ ਵੀ ਪਹੁੰਚ ਰਹੇ ਨੇ। ਸਾਡੇ ਸਤਿਕਾਰਯੋਗ ਵੀਰ, ਮੈਨੂੰ ਨਾਮ ਲਿਖ ਕੇ ਭੇਜ ਦਿਓ, ਨਾਮ ਲਿਖ ਕੇ ਭੇਜ ਦਿਓ। ਵੀਰ ਸਾਡੇ ਲੈਂਬਰ ਹੁਸੈਨਪੁਰੀ ਜੀ ਉਹ ਵੀ ਪਹੁੰਚੇ ਨੇ। ਔਰ ਮੈਂ ਥੋੜਾ ਜ਼ਿਕਰ ਕਰਦੇ ਆ, ਇਹ ਉਹ ਭਰਾ ਨੇ ਜੋ ਆਪਣੇ ਨਿੱਜੀ ਪ੍ਰੋਗਰਾਮ ਛੱਡ ਕੇ ਨਾ ਉਦਣ ਦੇ ਕਿਸਾਨਾਂ ਦੇ ਨਾਲ, ਕਿਸਾਨਾਂ ਦੇ ਮੋਰਚਿਆਂ ਦੇ ਵਿੱਚ, ਧਰਨਿਆਂ ਦੇ ਵਿੱਚ, ਜਿੱਥੇ ਜਿੱਥੇ ਪ੍ਰੋਟੈਸਟ ਹੋ ਰਿਹਾ ਉੱਥੇ ਪਹੁੰਚਦੇ ਪਏ ਨੇ। ਵੀਰੋ, ਇੱਕ ਗੱਲ ਮੈਂ ਤੁਹਾਨੂੰ ਕਹਾਂਗਾ, ਮੈਂ ਮਾੜੀ ਗਾਇਕੀ ਦੇ ਹੱਕ ਦੇ ਵਿੱਚ ਨਹੀਂ ਆ, ਇਹ ਗੱਲ ਬੜੀ ਕਲੀਅਰ ਹੈ। ਪਰ ਦੇਖੋ, ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ। ਜਦੋਂ ਰਮਾਦਾਰੀ ਜੀ ਹੋ ਗਈ ਨਾ, ਤੇ ਖਾਸ ਕਰਕੇ ਇਹ ਜ਼ਰੂਰ ਦੇਖਿਆ ਕਰਿਆ ਜੇ ਵੀ ਕਿਸਾਨਾਂ ਦੇ ਨਾਲ ਖੜੇ ਕੌਣ ਕੌਣ ਸੀ। ਜੇ ਕੋਈ ਧਾਰਮਿਕ ਹੈ ਤੇ ਉਹਨੂੰ ਕਦੋਂ ਮੌਕਾ ਦੇਣਾ ਹੈ, ਤੇ ਜੇ ਕੋਈ ਗਾਉਣ ਵਾਲਾ ਵੀ ਵੀਰ ਹੈ ਤੇ ਉਹਨੂੰ ਕਦੋਂ ਮੌਕਾ ਦੇਣਾ, ਇਹਨਾਂ ਵਿਵੇਕ ਵਿੱਚੋਂ ਕੱਢ ਲਿਆ ਜੇ। ਤੇ ਜਿਹੜੇ ਕਿਸਾਨਾਂ ਦਾ ਨਾਂ ਵੇਚਦੇ ਰਹੇ ਨੇ, ਖਾਸ ਕਰਕੇ ਜੱਟ ਸ਼ਬਦ ਪਾ ਕੇ ਆਪਣੇ ਗਾਣੇ ਬਹੁਤ ਪ੍ਰਚਲਿਤ ਕੀਤੇ ਸਨ, ਪਰ ਆਏ ਨਹੀਂ, ਵਿਚਾਰ ਉਹ ਵੀ ਕਰ ਲਿਆ ਜੇ ਹੁਣ ਵੀ ਸਾਨੂੰ ਪਛਾਣ ਕਰਨੀ ਨਾ ਆਈ ਤੇ ਚੇਤੇ ਰੱਖਿਆ ਜੇ, ਫਿਰ ਸਾਡਾ ਕਹਿਣਾ ਪਏਗਾ ਵੀ ਵਿਵੇਕ ਬੜਾ ਕਮਜ਼ੋਰ ਹੈ, ਬੜਾ ਮਲੀਨ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀਆਂ। ਸਮੁੱਚੀ ਇਸ ਪ੍ਰੋਗਰਾਮ ਨੂੰ ਮੈਨੇਜ ਕਰਨ ਵਾਲੀ ਮੈਨੇਜਮੈਂਟ ਕਮੇਟੀ ਦਾ ਵੀਰ ਮੁਖਤਿਆਰ ਸਿੰਘ ਹੋਰੀ ਤੇ ਸਾਰੇ, ਜਦੋਂ ਵੀਰ ਮੇਰੇ ਨਾਲ ਸ਼ੰਭੂ ਬਾਰਡਰ ਮੋਰਚੇ ਤੇ ਗਏ ਨਾ, ਕਹਿਣ ਲੱਗੇ ਭਾਈ ਸਾਹਿਬ ਆਪਾਂ ਸਮਾਂ ਲਈਏ। ਮੈਂ ਕਿਹਾ ਕੀ? ਕਹਿਣ ਲੱਗੇ ਆਪਾਂ ਗੁਰਦੁਆਰਾ ਟਾਮੀ ਸਾਹਿਬ ਇੱਕ ਸਮਾਗਮ ਰੱਖਣਾ ਹੈ। ਮੈਂ ਧੰਨਵਾਦੀਆਂ ਸਾਰੀਆਂ ਧਾਰਮਿਕ ਸ਼ਖਸੀਅਤਾਂ, ਮੇਰੇ ਸਤਿਕਾਰਯੋਗ ਵੀਰ ਆਪਣੇ ਨੇ। ਦਿਲ ਦੀਆਂ ਗਹਿਰਾਈਆਂ ਤੋਂ ਸਭਨਾਂ ਦਾ ਧੰਨਵਾਦ ਕਰਦਾ ਹੋਇਆ ਸਮਾਪਤੀ ਵਾਲੇ ਪਾਸੇ ਵਧਦਾ ਵਾਂ। ਅਗਲੇ ਕਿਸ ਬੁਲਾਰੇ ਨੂੰ ਬੁਲਾਉਣਾ ਹੈ ਇਹ ਹੁਣ ਵੀਰ ਜੀ ਡਿਸਾਈਡ ਕਰਨਗੇ, ਤੇ ਫਤਿਹ ਦਾ ਜਵਾਬ ਗਰਜਵੀਂ ਆਵਾਜ਼ ਦੇ ਨਾਲ ਦੇਣਾ। ਧੰਨਵਾਦੀਆਂ ਮਖੂ ਤੋਂ ਆਈਆਂ ਹੋਈਆਂ ਸੰਗਤਾਂ ਦਾ, ਧੰਨਵਾਦੀਆਂ ਨਮਾਣਾ ਸਾਹਿਬ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਆਏ ਹੋਏ ਵੀਰਾਂ ਦਾ, ਧੰਨਵਾਦੀਆਂ ਇਲਾਕਾ ਨਿਵਾਸੀਆਂ ਦਾ, ਧੰਨਵਾਦੀਆਂ ਰਾਜਪੁਰੇ ਤੋਂ ਆਏ ਹੋਏ ਸੰਗਤਾਂ ਦਾ, ਸਭਨਾਂ ਦਾ ਧੰਨਵਾਦ ਕਰਦਾ ਮੈਂ। ਬੁਲਾਓ ਗੱਜ ਕੇ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।